ਸਤਨਾਮ ਵਾਹਿਗੁਰੂ ਸਾਹਿਬ ਜੀ। ਆਬੋ ਸਿੱਖ ਸਤਿਗੁਰ ਕੀ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੈ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕੁਰਾਏ ਤਿਹਾ ਹਉ ਕਰੀ ਬਖਿਆਨ। ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਰਾਮ ਕਲੀ ਮਹੱਲਾ ਪਹਿਲਾ, ਆਸਟ ਪਦੀਆ। ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨ ਅਰ ਤਪਤ ਰਹੈ। ਸਾ ਧਰਤੀ ਸੋ ਪੌਣ ਚੁਲਾਰੇ, ਜੋਗ ਜੀ ਖੇਲੇ ਥਾਬ ਕੈਸੇ। ਜੀਵਨ ਤਲ ਬਿਨਵਾਰ, ਹੋਵੈ ਪਰਵਾਨ ਕਰੇ ਤਿਗਾਣਾ। ਕਲ ਲਖਣ ਵਿਚਾਰ ਰਹਾਉ, ਕਿਤਾ ਦੇਸ ਨਾ ਆਇਆ ਸੁਣੀਆ। ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੈ ਤਹ ਨਾਹੀ। ਮਹਿਲਿਓ ਸਾਰ ਨਾ ਬੈਠਾ, ਜੇ ਕੋ ਸਤ ਕਰੇ ਸੋ ਸਿਜੈ। ਤਪ ਘਰ ਤਪ ਨ ਹੋਈ, ਜੇ ਕੋ ਨਾਉ ਲਈ ਬਦਨਾਵੀ। ਕਲ ਕੇ ਲਖਣ ਏਹੀ, ਜਿਸ ਸਿਕਦਾਰੀ ਤਿਸੈ ਖੁਆਰੀ। ਚਾਕਰ ਕੇਹੇ ਡਰਨਾ, ਜਾ ਸਿਕਦਾਰ ਪਵੈ ਜੰਜੀਰੀ। ਤਾ ਚਾਕਰ ਹੱਥੋਂ ਮਰਨਾ, ਜਿਸ ਸਿਕਦਾਰੀ ਤਿਸੈ ਖੁਆਰੀ। ਚਾਕਰ ਕੇਹੇ ਡਰਨਾ, ਜਾ ਸਿਕਦਾਰ ਪਵੈ ਜੰਜੀਰੀ। ਤਾ ਚਾਕਰ ਹੱਥੋਂ ਮਰਨਾ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੀ ਹਾਂ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਸਾਨੂੰ ਅੰਮ੍ਰਿਤ ਵੇਲੇ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ, ਸੁਣਨ, ਸਮਝਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਆਓ ਕੁਝ ਕੁ ਸਮਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ
ਪਾਵਨ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ ਹੈ, ਜਿਸ ਦੀ ਅਸਾਂ ਵਿਚਾਰ ਕਰਨੀ ਹੈ। ਇਹ ਪਾਵਨ ਪਵਿੱਤਰ ਸ਼ਬਦ ਜਾਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਹੋਇਆ ਸ਼ਬਦ ਹੈ, ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ ਨੰਬਰ 902 ਦੇ ਉੱਪਰ ਰਾਮਕਲੀ ਰਾਗ ਦੇ ਵਿੱਚ ਸੁਸ਼ੋਭਿਤ ਹੈ। ਸਾਹਿਬਾਂ ਨੇ ਇਸ ਸ਼ਬਦ ਵਿੱਚ 8 ਪੌੜੀਆਂ ਦੀ ਬਖਸ਼ਿਸ਼ ਕੀਤੀ ਹੈ। ਅਸ਼ਟਪਦੀਆ ਸ਼ਬਦ ਹੈ। 2 ਰਹਾਉ ਵਾਲੇ ਬੰਦ ਹਨ। ਸ਼ਬਦ ਦੇ ਵਿੱਚ ਆਪਾਂ ਪਹਿਲੀਆਂ 4 ਪੌੜੀਆਂ ਸ਼ਬਦ ਦੀਆਂ ਜਾਪ ਰੂਪ ਵਿੱਚ ਸ਼ਬਦ ਸਰਵਣ ਕੀਤੀਆਂ ਹਨ। ਸੋ ਸਤਿਗੁਰੂ ਜੀ ਰਹਿਮਤ ਕਰਨ, ਵਿਚਾਰ ਕਰ ਸਕੀਏ, ਕੋਸ਼ਿਸ਼ ਕਰੀਏ ਗੁਰੂ ਕੀ ਵਿਚਾਰਧਾਰਾ ਨੂੰ ਸਮਝ ਕਰਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ, ਜੋ ਸਤਿਗੁਰੂ ਜੀ ਇਸ ਸ਼ਬਦ ਵਿੱਚ ਸਾਨੂੰ ਸੇਧ ਬਖਸ਼ਿਸ਼ ਕਰ ਰਹੇ ਨੇ। ਅਸੀਂ ਗੁਰੂ ਕੀ ਵਿਚਾਰਧਾਰਾ ਨੂੰ ਸਮਝਣਾ ਕਰੀਏ। ਸੋ ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਕਲਯੁਗ ਦੀ ਵਾਰਤਾ ਜਿਹੜੀ ਸਰਵਣ ਕਰਾਈ ਹੈ, ਸਾਨੂੰ ਬਿਆਨ ਕੀਤੀ ਹੈ ਸ਼ਬਦ ਵਿੱਚ। ਬਈ ਕਲਯੁਗ, ਦੁਨੀਆ ਕਹਿੰਦੀ ਹੈ ਵੀ ਕਲਯੁਗ ਆ ਗਿਆ। ਗੁਰੂ ਪਾਤਸ਼ਾਹ ਸਮੇਂ ਵੀ ਇਹ ਗੱਲਬਾਤ ਹੋ ਰਹੀ ਸੀ। ਪੰਡਤ ਵਿਦਵਾਨ ਲੋਕ ਇਹੋ ਵਾਰਤਾ ਕਰਦੇ ਸਨ ਵੀ ਭਾਈ ਕਲਯੁਗ ਹੈ। ਅੱਜ ਵੀ ਆਪਾਂ ਸਾਰੇ ਕਹਿੰਦੇ ਹਾਂ ਵੀ ਕਲਯੁਗ ਆ ਗਿਆ, ਸਮਾਂ ਐਸਾ ਆ ਗਿਆ ਵੀ ਇਹ ਭਿਆਨਕ ਯੁੱਗ ਮੰਨਿਆ ਗਿਆ ਕਲਯੁਗ ਨੂੰ। ਪਰ ਸਤਿਗੁਰੂ ਜੀ ਇਸ ਸ਼ਬਦ ਵਿੱਚ ਸਾਨੂੰ ਵਿਲੱਖਣਤਾ ਨਾਲ ਸਮਝਾਉਂਦੇ ਆ ਵੀ ਇਹ ਪਿਆਰਿਓ, ਕਲਯੁਗ ਹੈ ਜਿਹੜਾ, ਕਿਹਨੇ ਵੇਖਿਆ, ਕਿੱਥੇ ਆਇਆ, ਕਿਹੋ ਜਿਹਾ ਕਲਯੁਗ ਹੈ, ਕੀ ਵਰਤੀਰਾ ਕਲਯੁਗ ਦਾ। ਸਾਹਿਬ ਕਹਿੰਦੇ ਨੇ ਵੀ ਜਦ ਕਿ ਆਪਾਂ ਪੜ੍ਹਦੇ ਹਾਂ ਵੀ ਜਦ ਤੋਂ ਇਹ ਸੰਸਾਰ ਦਾ ਮੁੱਢ ਵੱਜਿਆ ਪਰਮਾਤਮਾ ਨੇ, ਉਦੋਂ ਤੋਂ ਲੈ ਕੇ ਉਹੀ ਧਰਤੀ ਹੈ, ਉਹੀ ਚੰਦਰਮਾ, ਉਹੀ ਸੂਰਜ ਹੈ, ਉਹੀ ਪਾਣੀ ਹੈ, ਉਹੀ ਪਵਨ ਹਵਾ ਹੈ, ਵੀ ਸਭ ਕੁਝ ਉਹੀ ਹੈ। ਵੀ ਫਿਰ ਬਦਲਿਆ ਕੀ ਹੈ? ਵੀ ਕਲਯੁਗ ਆਪਾਂ ਕਹਿੰਦੇ ਹਾਂ ਵੀ ਉਹਦੀ ਨਿਸ਼ਾਨੀ ਫਿਰ ਹੈ ਕੀ ਹੈ? ਉਹਦਾ ਕਹਿਣ ਮਾਤਰੀ ਵੀ ਕਲਯੁਗ ਹੈ। ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਵੀ ਭਾਈ ਕਲਯੁਗ ਕੀ ਹੈ, ਤੇ ਨਾਲ ਹੀ ਦੱਸਣਾ ਵੀ ਕੀਤਾ ਵੀ ਉਹ ਸਮਝ ਵਿੱਚ ਕਿਵੇਂ ਆਉਂਦਾ, ਕਿੱਥੇ ਕਲਯੁਗ ਹੈ। ਸਮਿਆਂ ਦੀ ਕੋਈ ਗੱਲ ਨਹੀਂ। ਕਲਯੁਗ ਵਿੱਚ ਵੀ 7 ਯੁੱਗ ਵਾਪਰ ਸਕਦਾ ਵਰਤਾਇਆ ਹੈ ਗੁਰੂ ਪਾਤਸ਼ਾਹ ਨੇ। ਕਲਯੁਗ ਦੇ ਵਿੱਚ ਵੀ ਗੁਰੂ ਪਾਤਸ਼ਾਹ ਦੇ ਇਹ ਕਹਿ ਲਈ ਆਪਾਂ ਦਰਬਾਰਾਂ ਦੇ ਵਿੱਚ ਗੁਰੂ ਨਾਨਕ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 7 ਯੁੱਗ ਬੀਤਦਾ, ਆਨੰਦ ਲੈਂਦੀ ਸੰਗਤ। ਤੇ ਸਾਹਿਬਾਂ ਨੇ ਅੱਜ ਵੀ ਕਿਰਪਾ ਕੀਤੀ ਹੈ ਸਾਡੇ ਤੇ, ਜੇ ਕੋਈ ਮਨ ਕਰਕੇ ਜੁੜੇ ਸਾਹਿਬਾਂ ਨਾਲ ਸਤਿਗੁਰਾਂ ਦੀ ਇਸ ਪਾਵਨ ਦਰਬਾਰਾਂ ਵਿੱਚ, ਜਿੱਥੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਸ਼ੋਭਿਤ ਹਨ, ਉੱਥੇ ਅਸੀਂ 7 ਯੁੱਗ ਵੇਖ ਸਕਦੇ ਹਾਂ। ਸਾਡੇ ਲਈ ਵਾਪਰ ਸਕਦਾ, ਵਰਤ ਸਕਦਾ, ਅਸੀਂ ਵਰਤਾ ਸਕਦੇ ਹਾਂ ਗੁਰੂ ਸਾਹਿਬ ਨਾਲ ਜੁੜ ਕਰਕੇ। ਸੋ ਇਸੇ ਕਰਕੇ ਸਾਹਿਬਾਂ ਨੇ ਸਾਨੂੰ ਸਮਝਾਇਆ ਹੈ। ਇਹ ਬਚਨ ਵੀ ਪੜ੍ਹਦੇ ਹਾਂ। ਜਨਕ ਰਾਜ ਵਰਤਾਇਆ 7 ਯੁੱਗ ਆਲੀਣਾ। ਰਾਜ ਵਿੱਚ ਭਾਵ ਕਿ 7 ਯੁੱਗ ਵਰਤਾ ਦਿੱਤਾ। ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਤੇ ਨਾਲ ਲੱਸਣ ਵੀ ਦੱਸੇ ਹੈ। ਭਾਈ ਸਾਹਿਬ ਦਾ ਵੀ ਆਪਾਂ ਬਚਨ, ਭਾਈ ਗੁਰਦਾਸ ਸਾਹਿਬ ਜੀਆਂ ਦੇ ਬਚਨ ਪੜ੍ਹੇ ਜਾਂਦੇ ਹੈ, ਸੁਣਾਏ ਜਾਂਦੇ ਹੈ ਵੀ ਕੱਲ ਆਈ ਕੁੱਤੇ ਮੋਹੀ ਖਾਜ ਹੁਆ, ਮੁਰਦਾਰ ਗੁਸਾਈ
भी कलयुग आ गया भाई, कुत्ते मुही खाज हुआ मुरदार गुसाई, राजे पाप कमावंदे उल्टी वाड़ खेत को खाई, परजा अंधी ज्ञान बिन कूड़ को सत मुखों आलाई। ये हालत भाई गुरदास साहब जी ने बयान किया है बई भाई इहो जिहा कलयुग है, राजे पाप करते है, उल्टी वाड़, वाड़ का भाव की है भी राजे राजे परजा की राखी करते, जिवें वाड़ राखी लाई हुंदी है खेत विच, कहते राजे वाड़ ने एक परजा की ते उल्ट ये वाड़ खेत नूं ही खाई जाती है, भी परजा नूं ही दुख दिंदी है। परजा अंधी ज्ञान भी होण, परजा विचारी अंधी ज्ञान तो बिना, कह रहे ने बिन कूड़ कुसुत मुखों लाई, ज्ञान तो बिना कूड़ कुसुत भाव के कूड़ कबाड़ मुखों विच दुनिया बोलदी। समा अज भावें कि समा तरक्की कर गया, आपां कहने आ अज दा जिहड़ा समा, अज दुनिया पढ़ लिख गई, ज्ञान वाली हो गई, अज राजिਆਂ ਨੂੰ अगले घेरन लग गए है। राजिਆਂ ਦਾ भाव अज जे आपां लाइए जिहड़े अफसर ने, भाव के वड्डे अहुदेदार ने, आपां भावें ਇਹ कह लईए कोई अत गत नहीं भी ਜਿਹੜੇ भाई मंत्री संतरी है ते अगले सवाल करन लग गए ने, समझ गई है दुनिया। पर उस समय का नक्शा खिंचिया भी ऐसे हालत सी, परजा अंधी ज्ञान बिन कूड़ कसुत मुखों अलाई, ऐसा कर्म चल रहा सी। चेले साज बजाम दे नचन गुरु बहुत विद भाई, सेवक बैठन घरां विच गुर उठ घरी तनाड़े जाई, काजी होए रिश्वती वड्डी लैके हक गवाई, इस्त्री पुरखै दाम हित भावै आओ कुथाऊं जाई, वरतिया पाप सबस जग भाई। भी सारे जगत विच भाई गुरदास जी कहते हैं भी आ भाई कर्म वरत गया, कलयुग के लसण ये हो गए भी कोई किसी नूं पुछदा नहीं, कोई किसी नूं सवाल नहीं करदा, धक्के साहियां ताने साहियां चलदियां। ये हालत भाई कलयुग की बयान की भाई गुरदास जी ने, भी उदा नहीं कोई स्पैशल कलयुग तुलिया फिरदा, भाव के साडे विच ही वरतिया होया, असीं भी वरता रहे हैं, ते संसार विच जीवा ने सतयुग वरताया ते जीवा नहीं अज कलयुग वरता दिता। गुरु नानक पातशाह जी अज दे शब्द विच सानूं समझाउंदे, जिहड़ा पहला रहाओ वाला बंद है, 4 पौड़ियां, पहले बंद दा भाव के प्रकर्म चल रहा, अगे फिर दूसरा वो हले विचार अधीन, भाव कि आपां पहलियां 4 पौड़ियां दी ही विचार करनी है। पहलियां 4 पौड़ियां दा जाप आपां सरवण कीता है। पहला जिहड़ा रहाओ वाला बंदा उहदे विच सहब आखना कीता, जीवन तल बेनिवार होवे परवाना करे ध्याना तेगाना, कल लखण विचार। कहते भाई जीवन की तलब निवार, जीवन भाव के जीवन की इस्सा दूर कर भाई। जिहड़ा मनुख धक्का करदा, साहब कहने उही साहब कहने भी प्रवान समझा जाता संसार च, होवे परवाना करे तेगाना, तेगाने का भाव है धक्का करन वाला। भी ये कलयुग का वरतारा, धक्के साइयां चलदियां आईयां, तां गुरु पातशाह ने कृपा की, बाजां वाले ने सानू सवै मानता दिती। गुरु नानक साहब पातशाह ने भी इहो ही आखना कीता सी, भलिओ जरवाने आउंदे आ, लुट कसुट के लै जांदे आ, कोई हल करो। उस समय जंतरा मंत्रा तंत्रां दा भरमार पिया होया। कहने जी साडे कोल तां बड़े तकड़े जंतर मंत्र तंत्र ने, सानू कोई कुछ नहीं कर सकता, पर यावर जरवाने चढ़ के आउंदे बड़ा कुछ कर जाने। ते सतगुरां ने वचन कीता सी भई भाई तुसीं कहंदे सी भी मुगल चढ़ के आवणगे, असीं मंत्र मारांगे, अंधे कर देंगे। जो लुट छुट के लै गए साहिबां ने उन्हां नूं फिर आखना कीता, भलिओ तुसीं मंत्र जंतर बड़े मारे है, पर की होया? कोई मुगल ना होया अंधा। कहने तुहाडे जंतरा मंत्र नाल कोई मुगल अंधा नहीं होया, वेखिया सी। किन्ने ना परचा लाया,
कि कोई तुहाडे ते प्रचार नहीं होया, भाव के तुहाडे जाल विच कोई नहीं फसिया। सुरहो विचार साहिबां ने समझाउणा कीता भी भाई ये तां धक्के दा मुकाबला करना पैंदा, धक्के नाल। धक्के नाल जे प्यार नाल ना समझे तो फिर गुरु प्यारिओ उही अवस्था विच आउणा पैंदा समझाउण लई। भाव के ये साहिबां ने समझाउणा कीता, आपां हुण विस्तार विच ना जाई क्योंकि समा इजाजत नहीं दिंदा। साहिबां ने समझाया भी आ लक्षण ने कलयुग दे जीवन तलब निवार। कहने अपनी तलब लई, भाव के अपने स्वार्थ लई, स्वार्थ की निवृत्ति लई। साहब कहने होवे परवाना करे तिगाना। धक्का करदे स्वार्थ लई होई सन गुरु प्यारिओ। इतिहास आपां सारे पढ़दे सुनदे रहने आ। मन विच लालसा होनी भी मैं हो तक राज वधा ला। राज वधाउण दे लई होई धक्के साहियां हुंदियां, युद्ध जंग हुंदे, बड़ा कुछ कीता जांदा अपने स्वार्थ लई। जद के नाल जाण वाला साहिबां ने कह दिता भी कुछ भी नहीं है, इत्थे तां एडे एडे राजे महान आए, दुर्योधन वर्गे वो भी चले गए। हुण गुरु पातशाह दे समकाली वेख लो आपां, अकबर ने कितना जोर लाया, की कुछ कीता, औरंगजेब बादशाह ने की कुछ कीता, जहांगीर ने की कुछ कीता। पर गुरु प्यारिओ आपां औरंगजेब दा इतिहास ज़्यादा पढ़दे सुनदे आ भी उहने तां ये कह ली आपां कहानी सिरे लाती। वो कहना सी इक्को ही राज, इक्को ही कौम, वो कहना सारे पासे असलाम ही असलाम कर देना, भी कोई दूसरा तीसरा रहनी नहीं देना। भाव के वो भी गुरु प्यारिओ इत्थे ये कुछ करदा चलिया गया, कोई नहीं रहा संसार दे विच। पर हाँ धक्का करन वाले जिहड़े सन गुरु प्यारिओ, उन्हां नूं दुनिया प्रवान कर लैंदी। प्रवान क्यों करदी? क्योंकि जे नहीं मन्निया जांदा तां फिर मौत। आखणे कीता सी भाई जनेऊ ला दिओ, सुन्नत करावो, असलाम विच आवो। ते जिहड़े आ गए वो बचदे गए, ते जिहड़े नहीं आउंदे सी सिर कलम कर दिंदे सी। सवा मन जंजुआं दी गल कीती है इतिहास विच भी ला के सामां तक फेर प्रशादा पड़ी सकदा सी ऐसा बादशाह। इन्ना धक्का सारे पासे गुरु प्यारिओ बोलबाला उसदा ही हो गया। उदों पछां जाइए हरनाकश वर्गियां दीयां गल्लां सुणदे आ ते उदां भी गुरु प्यारिओ कदे उन्हां ने भी अपना ही नाम अपना ही सिक्का सारे पासे चला दिता, धक्के दीयां गल्लां भाव के। तो गुरु पातशाह ने आखना कीता भी इहो जिहा संसार ते कर्म चलदा आया, भावें युग जिहड़ा मर्जी, जिथे धक्के साही ते कलयुग है, जिथे स्वार्थ है ते कलयुग है। साहब कहना जीवन तलब निवार, होवे परवाना करे तंगाना, कल लखण विचार। कल लखण का भाव की है भी कलयुग दे आ लसण ने। क्यों नहीं कलयुग भी आपां कहने पहला सतयुग सी जी, सतयुग विच भी आपां जे इतिहास पढ़ीए कलयुग वाले कर्म होए ने। फिर त्रेते की गल की जाती है, वो च भी क्योंकि गुरु प्यारिओ आपां वेखदे पढ़दे आ, सारी इतिहास राही अज वेखिया जाता है भी किदां करके गुरु प्यारिओ जंग युद्ध होए। प्यार विच तां हुंदा नहीं जंग युद्ध, इसे करके भाव के रहो विचार त्रेते विच भी होया ते दुआपर विच भी ये कुछ वापरदा गया कलयुग वाला। ते अज तां कहनी आपां सारे कलयुग हाँ, पर गुरु बाबा जी ने समझाउणा कीता भाई लसण हुंदे आ, बंदा इक्को ही हुंदा, नाम किन्ने रखे जांदे आ। लसण वेख के कोई कुछ कह दिंदा, कोई कुछ कह दिंदा, कोई कुछ कह दिंदा, बंदे नूं ही बड़ा कुछ कहा जांदा। इत्थों ही भाव सानूं समझ आए भी है तां एक इंसान, ते उहदे गुणां नूं वेख के, उहदे लसणां नूं वेख के, उहदे चाल चलन नूं वेख के आपां नाम की गल कर लैंदे आ। सुरो विचार इत्थे सतगुरां ने कृपा कीती, सानूं समझाया भी भाई असल विच कलयुग दे इह लसणां दी विचार करो, दुनिया नूं समझाओ। उन्हां समियां विच विद्वानां नूं आखना कीता जिहड़े कहंदे सन, क्योंकि उस समय कौन सन? पंडित जी विद्वान सन सब तो ज़्यादा।
ਉਹਨਾਂ ਨੂੰ ਹੀ ਸਾਹਿਬਾਂ ਨੇ ਇਹ ਕਿਰਪਾ ਕੀਤੀ। ਇਹ ਵੀ ਸ਼ਬਦ ਇਹੋ ਕਿਹਾ ਜਾਂਦਾ ਵੀ ਪੰਡਤ ਜੀਆਂ ਦੇ ਨਾਲ ਹੀ ਵਾਰਤਾ ਸਾਹਿਬਾਂ ਦੀ ਹੋਈ ਤੇ ਸਾਹਿਬਾਂ ਨੇ ਸਮਝਾਉਣਾ ਕੀਤਾ ਵੀ ਭਾਈ ਅਸਲ ਵਿੱਚ ਕਲਯੁਗ ਦੇ ਲੱਛਣਾਂ ਦੀ ਵਿਚਾਰ ਕਰੋ, ਵੀ ਦੁਨੀਆ ਨੂੰ ਸਮਝਾਵੋ ਭਾਈ ਕਲਯੁਗ ਇਉਂ ਵਰਤਦਾ ਤੇ ਜੇ ਸਤਜੁਗ ਕੋਈ ਵਰਤਾਉਣਾ ਚਾਹੁੰਦਾ ਤੇ ਐਂ ਵਰਤਦਾ। ਸਾਹਿਬਾਂ ਨੇ ਸਮਝਾਇਆ। ਉਸ ਸਮੇਂ ਰਹੋ ਵਿਚਾਰ ਆਓ। ਸਤਿਗੁਰੂ ਜੀ ਕਿਰਪਾ ਕਰੇ ਨੇ ਅਸ਼ਟਪਦੀਆ ਸ਼ਬਦ ਭਾਵ ਕਿ 8 ਪਦਾਂ ਵਾਲਾ 8 ਪੌੜੀਆਂ ਵਾਲਾ ਹੈ। ਪਹਿਲੀਆਂ 4 ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। ਰਹਿਮਤ ਕਰਨ ਵਿਚਾਰ ਕਰੀਏ। ਆਓ ਆਰੰਭਤਾ ਵਿੱਚ ਸਾਹਿਬਾਂ ਨੇ ਮੰਗਲਾਚਰਨ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਭਾਈ, ਇੱਕੋ ਹੀ ਹੈ। ਉਹਨੇ ਇੱਕੋ ਹੀ ਭਾਵ ਕਿ ਇੱਕ ਵਾਰ ਵਿੱਚ ਹੀ ਇੱਕ ਵਾਹਿਗੁਰੂ ਨੇ ਸਾਰਾ ਕੁਝ ਕਰਤਾ। ਹੁਣ ਬਦਲਾਤਾ ਹੈ ਸਾਡੇ ਲੱਛਣਾਂ ਤੇ ਹੈ ਸਾਰਾ ਕੁਝ। ਜੇ ਸੱਚੇ ਆ ਤਾਂ ਸਤਜੁਗੀ ਆ ਗੁਰੂ ਪਿਆਰਿਓ, ਜੇ ਕੂੜ ਵਰਤ ਗਿਆ ਤੇ ਕਲਯੁਗੀ ਬਣ ਗਏ ਆਪਾਂ। ਸੋ ਇਸ ਕਰਕੇ ਸਾਹਿਬ ਕਹਿੰਦੇ ਆ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਇੱਕ ਵਾਹਿਗੁਰੂ ਨੇ ਜੋ ਕੁਛ ਦਿਆ ਸੋ ਇੱਕ ਵਾਰ ਵਿੱਚ ਹੀ ਸਭ ਕੁਝ ਦੇ ਦਿੱਤਾ ਸਾਨੂੰ। ਇੱਕ ਵਾਰ ਵਿੱਚ ਕਿਵੇਂ ਮਾਲਕ ਨੇ ਕਿਰਪਾ ਕੀਤੀ ਹੈ ਇਹ ਬਚਨ ਆਪਾਂ ਪੜ੍ਹਦੇ ਹਾਂ। ਸਾਚੇ ਤੇ ਪਵਨਾ ਪਹਿਆ, ਪਵਨ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜਿਆ, ਜਲ ਤੇ ਤਿਰ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਸਾਹਿਬ ਕਹਿੰਦੇ ਆ ਉਹ ਸੱਚੇ ਵਾਹਿਗੁਰੂ ਨੇ ਆਪਣੇ ਆਪ ਤੋਂ ਹਵਾ ਪੈਦਾ ਕਰਤੀ ਤੇ ਹਵਾ ਤੋਂ ਫਿਰ ਅੱਗੇ ਪਾਣੀ ਪੈਦਾ ਕੀਤਾ ਤੇ ਪਾਣੀ ਦੀ ਬੂੰਦ ਭਾਵ ਕੇ ਬੂੰਦ ਤੋਂ ਫਿਰ ਆ ਸਾਡੇ ਵਜੂਦ ਸਾਡੇ ਸਰੀਰ ਪੈਦਾ ਕੀਤੇ ਨੇ। ਉਸ ਵਾਹਿਗੁਰੂ ਨੇ ਕਹਿਣ ਨੂੰ ਕੋਈ ਕੁਝ ਕਹੀ ਜਾਵੇ ਵੀ ਏਕੜ ਹੋਇਆ ਇਹ ਹੋਇਆ, ਬੜਾ ਕੁਛ ਲਿਖਿਆ ਪੜ੍ਹਦੇ ਆ। ਕੋਈ ਕਿੱਦਾਂ ਕਹਿੰਦਾ ਵੀ ਐਂ ਸ੍ਰਿਸ਼ਟੀ ਰਚੀ ਆ, ਕੋਈ ਕਿੱਦਾਂ ਕਹਿੰਦਾ। ਪਰ ਜੇ ਅਸੀਂ ਗੁਰੂ ਬਾਬਾ ਜੀ ਨੂੰ ਮੰਨਦੇ ਹਾਂ, ਗੁਰੂ ਕੀ ਬਾਣੀ ਨੂੰ ਮੰਨਦੇ ਹਾਂ ਤੇ ਬਾਣੀ ਵਿੱਚ ਤਾਂ ਸਾਹਿਬ ਇਹੋ ਕਹਿ ਰਹੇ ਨੇ ਵੀ ਭਾਈ ਸੱਚਾ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਉਹਨੇ ਇਉਂ ਇਹ ਸੰਸਾਰ ਦੀ ਰਚਤ ਕੀਤੀ ਹੈ। ਬਾਕੀ ਗੱਲਾਂ ਸਾਡੀਆਂ ਨੇ, ਕੋਈ ਕਿੱਦਾਂ ਦੀਆਂ ਗੱਲਾਂ ਬਣਾਉਂਦਾ, ਕੋਈ ਕਿੱਦਾਂ ਦੀਆਂ। ਪਰ ਇਹ ਵੀ ਕਹਿ ਦਿੱਤਾ ਸਾਹਿਬ ਜੀਆਂ ਨੇ ਜਾ ਕਰਤਾ ਸ੍ਰਿਸ਼ਟੀ ਕੋ ਸਾਜੈ, ਆਪੇ ਜਾਣੈ ਸੋਈ। ਵੀ ਜਿਹੜਾ ਕਰਤਾ ਵਾਹਿਗੁਰੂ ਸ੍ਰਿਸ਼ਟੀ ਨੂੰ ਸਾਜਣ ਵਾਲਾ ਕਿਵੇਂ ਉਹਨੇ ਸਾਜੀ ਹੈ ਤੇ ਸਾਹਿਬ ਕਹਿੰਦੇ ਉਹ ਆਪ ਹੀ ਜਾਣਦਾ ਹੈ, ਆਪ ਹੀ ਜਾਣਦਾ ਹੈ ਵਾਹਿਗੁਰੂ। ਸਾਡੀਆਂ ਤਾਂ ਉੱਦਾਂ ਗੱਲਾਂ ਨੇ, ਲਿਖਤ ਬੜੀਆਂ ਬਣ ਗਈਆਂ। ਕੋਈ ਕਿੱਦਾਂ ਕਹਿੰਦਾ ਵੀ ਰਚਤ ਹੋਈ ਆ, ਕੋਈ ਕਿਵੇਂ ਕਹਿੰਦਾ, ਪਰ ਉਹ ਕਰਤਾ ਪੁਰਖ ਵਾਹਿਗੁਰੂ ਆਪ ਜਾਣਦਾ ਹੈ। ਇਹ ਕਰਤੇ ਕੀਆਂ ਬਾਤਾਂ ਨੇਗੀਆਂ ਜੋ ਆਪਾਂ ਬਾਣੀ ਪੜ੍ਹਦੇ ਹਾਂ, ਉਸ ਵਾਹਿਗੁਰੂ ਦੀਆਂ ਧੁਰ ਕੀ ਬਾਣੀ ਹੈ। ਫਿਰ ਇਸ ਬਾਣੀ ਮੁਤਾਲਕ ਜੋ ਸਾਹਿਬਾਂ ਨੇ ਆਖਣਾ ਕੀਤਾ ਉਹ ਸੱਚ ਹੈ। ਜਿਹੜੇ ਗੁਰੂ ਕੀ ਬਾਣੀ ਨੂੰ ਮੰਨਦੇ ਆ ਭਾਈ ਉਹਨਾਂ ਨੂੰ ਸੱਚ ਕਰਕੇ ਗੁਰੂ ਕੀ ਬਾਣੀ ਮੁਤਾਲਕ ਮੰਨਣਾ ਚਾਹੀਦਾ ਹੈ। ਜੋ ਵੀ ਇਤਿਹਾਸ ਹੈ ਭਾਵੇਂ ਕਥਾ ਕਹਾਣੀਆਂ ਕੁਝ ਵੀ ਸੁਣਦੇ ਆ ਆਪਾਂ, ਮੰਨਣਾ ਉਹ ਚਾਹੀਦਾ ਵੀ ਜੋ ਗੁਰਬਾਣੀ ਦੇ ਮੁਤਾਲਕ ਹੋਵੇ। ਇਸੇ ਕਰਕੇ ਸਾਹਿਬਾਂ ਨੇ ਆਖਣਾ ਕੀਤਾ ਬਈ ਭਾਈ ਸਤਿਗੁਰੂ ਦੀ ਬਾਣੀ ਸੱਚੀ ਹੈ, ਵੀ ਸੱਚ ਤਾਂ ਬਾਣੀ ਹੈ ਸਤਿਗੁਰੂ ਦੀ ਬਾਣੀ ਸੱਚੀ। ਕਿਉਂਕਿ ਸਾਹਿਬ ਨੇ ਆਖਣਾ ਕੀਤਾ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਦਾ ਭਾਵ ਕੀ ਹੈ? ਗੱਲਾਂ ਬਾਤਾਂ ਜੋ ਅਸੀਂ ਕਰਦੇ ਹਾਂ ਵੀ ਜੋ ਸਤਿਗੁਰੂ ਦੀ ਬਾਣੀ ਤੋਂ ਭਾਈ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਹਾਂ ਤੇ ਉਹ ਕੱਚੀਆਂ ਭਾਵ ਕਿ ਉਹ ਸਹੀ ਗੱਲਾਂ ਨਹੀਂ ਹਨ। ਇਸੇ ਕਰਕੇ ਸਾਹਿਬ ਨੇ ਆਖਣਾ ਕੀਤਾ ਵੀ ਗੁਰੂ ਕੀ ਬਾਣੀ ਨਾਲ ਜੁੜ ਭਾਈ, ਬਾਣੀ ਦੀ ਕਸਵੱਟੀ ਲਾ ਕੇ ਵੇਖ ਜੋ ਗੱਲ ਤੇਰੇ ਮਨ ਵਿੱਚ ਫੁਰਨਾ ਹੈ, ਵਿਚਾਰ ਹੈ, ਕੋਈ ਚਿੰਤਾ ਹੈ, ਕੋਈ ਦੁਬਿਧਾ ਹੈ, ਬਾਣੀ ਨਾਲ ਜੁੜ ਕਰਕੇ ਤੂੰ ਸਮਝ ਲੈ, ਸੰਤੁਸ਼ਟੀ ਆ ਜਾਏਗੀ। ਬਾਣੀ ਸੱਚ ਹੈ ਤੇ ਅੱਜ ਸੱਚ ਬਾਣੀ ਵਿੱਚ ਸਤਿਗੁਰੂ ਜੀ ਸਾਨੂੰ ਫਰਮਾਨ ਕਰ ਰਹੇ ਨੇ, ਸਮਝਾਉਂਦੇ ਆ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਓੰਕਾਰ। ਆਕਾਰ ਜਿਤਨਾ ਵੀ ਜਿੰਨੀ ਕਾਇਨਾਤ ਜਿੰਨਾ ਜੀਆ ਜੰਤ ਸ੍ਰਿਸ਼ਟੀ ਹੈ ਸਾਹਿਬ ਕਹਿੰਦੇ ਉਹਦਾ ਹੀ ਆਕਾਰ ਹੈ, ਉਹਦਾ ਹੀ ਰਚਿਆ ਹੋਇਆ ਸਭ ਕੁਛ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਸਦਕਾ ਪ੍ਰਸਾਦ। ਕਿਰਪਾ ਨੂੰ ਕਹਿੰਦੇ ਹੈ ਵੀ ਕਿਰਪਾ ਸਦਕਾ ਵਾਹਿਗੁਰੂ ਦੀ ਸਤਿਗੁਰੂ ਦੀ ਉਹ ਇੱਕ ਦੀ ਸਮਝ ਆਉਂਦੀ ਆ। ਇਹ ਆਕਾਰ ਵਿੱਚੋਂ ਉਸ ਵਾਹਿਗੁਰੂ ਨੂੰ ਪਾਇਆ ਜਾਂਦਾ ਹੈ, ਸਮਝਿਆ ਜਾਂਦਾ ਹੈ। ਸਰੋਹ ਵਿਚਾਰ ਆਓ। ਸਤਿਗੁਰੂ ਜੀ ਕਿਰਪਾ ਕਰਨੇ ਸਾਨੂੰ ਦੱਸ ਰਹੇ ਨੇ ਵੀ ਭਾਈ ਇਹ ਸੰਸਾਰੀ ਜੀਵੋ। ਉਸ ਸਮੇਂ ਭਾਵੇਂ ਕਿਸੇ ਵਿਦਵਾਨ ਨੂੰ ਸਾਹਿਬਾਂ ਨੇ ਸਮਝਾਇਆ
ਜਿਹੜਾ ਕਹਿੰਦਾ ਵੀ ਕਲਯੁਗ ਹੈ ਭਾਈ, ਕਲਯੁਗ ਆ ਗਿਆ, ਗੱਲਾਂ ਕਰਦਾ ਤੇ ਸਾਹਿਬ ਦੱਸ ਰਹੇ ਨੇ, ਸਮਝਾਉਂਦੇ ਆ ਵੀ ਐ ਪਿਆਰਿਆ, ਆ ਵੀ ਕਲਯੁਗ ਕਿੱਦਾਂ ਵੇਖਿਆ ਜਾ ਸਕਦਾ ਹੈ, ਕਿਵੇਂ ਅਸੀਂ ਕਲਯੁਗ ਨੂੰ ਸਮਝ ਸਕਦੇ ਹਾਂ। ਕਿਉਂਕਿ ਸਤਯੁਗ ਤੋਂ ਲੈ ਕੇ ਜਦ ਤੋਂ ਸ੍ਰਿਸ਼ਟੀ ਰਚੀ ਵਾਹਿਗੁਰੂ ਨੇ, ਸਾਜੋ ਸਮਾਨ ਤਾਂ ਸਾਰਾ ਉਹੀ ਹੈ, ਕੋਈ ਬਦਲਿਆ ਨਹੀਂ ਹੈ। ਇਹ ਨਹੀਂ ਵੀ ਚੰਦਰਮਾ ਬਦਲਤਾ, ਸੂਰਜ ਬਦਲ ਗਿਆ, ਜਾਂ ਤਾਰੇ ਬਦਲ ਗਏ, ਜਾਂ ਹਵਾਵਾਂ ਦਾ ਕੋਈ ਉਲਟਾਰਾ ਹੋ ਗਿਆ, ਕੁਛ ਵੀ ਨਹੀਂ ਹੋਇਆ। ਸਾਹਿਬ ਦੱਸ ਰਹੇ ਨੇ, ਆਓ ਸਭ ਕਿਰਪਾ ਕਰ ਦਿਆ ਜੋ ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨ ਅਰ ਤਪਤ ਰਹੈ, ਸਾ ਧਰਤੇ ਸੋ ਪਾਉਣ ਚੁਲਾਰੇ, ਜੋਗ ਜੀ ਖੇਲੇ ਥਾਬ ਕੈਸੇ। ਸਭਾ ਕਹਿੰਦੇ ਸੋਈ ਚੰਦ ਚੜੇ ਸੇ ਤਾਰੇ, ਸੋਈ ਦਾ ਭਾਵ ਉਹੀ। ਸਾਹਿਬਾ ਕਹਿੰਦੇ ਚੰਦਰਮਾ ਵੀ ਉਹੀ ਚੜ੍ਹਦਾ ਤੇ ਉਤਰਦਾ ਭਾਈ। ਇਹ ਵੱਖਰੀ ਗੱਲ ਹੈ। ਜਿਹੜੀਆਂ ਕਹਾਣੀਆਂ ਆਪਾਂ ਸੁਣਦੇ ਆ, ਕਹਿੰਦੇ ਜੀ ਪਹਿਲਾਂ ਚੰਦ ਪੂਰਾ ਹੀ ਰਹਿੰਦਾ ਸੀ ਚੰਦਰਮਾ, ਇਹ ਤਾਂ ਗੌਤਮ ਦਾ ਕਹਿੰਦੇ ਸਾਥ ਦੇਤਾ ਇਹਨੇ, ਤਾਂ ਕਰਕੇ ਉਹ ਧਰਾਓ ਚੜਾਓ ਹੋਣ ਲੱਗ ਗਿਆ। ਕਹਿੰਦੇ ਚੰਦਰਮਾ ਕਹਿੰਦੇ ਪਹਿਲਾਂ ਪੂਰਾ ਹੀ, ਪਰ ਜੇ ਕਿਤੇ ਵਾਰਤਾ ਸਮਾਰ ਕੇ ਸਮਝ ਕੇ ਗੁਰੂ ਪਿਆਰਿਓ ਇਹ ਗੱਲ ਕਰਾਂਗੇ ਤਾਂ ਇਹ ਨਹੀਂ ਹੋ ਸਕਦਾ। ਕਿਉਂਕਿ ਸੂਰਜ ਹੈ ਜਿਹੜਾ, ਉਹਦੇ ਦਿਵਾਲੇ ਕਹਿੰਦੇ ਵੀ ਸਾਰੇ ਗ੍ਰਹਿ ਨੇ ਜਿਹੜੇ ਪਰਿਕਰਮਾ ਕਰਦੇ ਆ, ਚੱਕਰ ਕੱਢਦੇ ਐ। ਚੱਕਰ ਕੱਢਣ ਨਾਲ ਤਾਂ ਫਿਰ ਇਹ ਤਾਂ ਚੱਕਰ ਦਾ ਹੀ ਭਾਵ ਕਿ ਸਭ ਲੇਪ ਸ਼ੇਪ ਹੈ, ਓਲਾ ਹੋ ਗਿਆ ਜਿੱਥੇ ਜਿੰਨੇ ਕੁ ਭਾਵ ਨਾਲ, ਉਸ ਹਿਸਾਬ ਨਾਲ ਚੰਦਰਮਾ ਦਾ ਵਧਾ ਘਟਾ ਹੋ ਰਿਹਾ, ਉਤਾਰ ਚੜਾ ਹੋ ਰਿਹਾ ਸਮੇਂ ਦੇ ਨਾਲ। ਸੁਰਹੁ ਵਿਚਾਰ ਸਾਹਿਬਾਂ ਨੇ ਇਹ ਸਾਨੂੰ ਸਮਝਾਇਆ ਵੀ ਇਹ ਭੁਲੇਖੇ 'ਚ ਨਾ ਰਹਿ ਬੰਦਿਆ, ਇਹੋ ਜਿਹੀਆਂ ਕਥਾ ਕਹਾਣੀਆਂ ਵਿੱਚ ਪੈ ਕੇ ਦੁਬਿਧਾ ਵਿੱਚ ਨਾ ਪੈ। ਇਹ ਵਾਰਤਾਵਾਂ ਨਹੀਂ ਹਨ ਜੋ ਸੁਣਦੇ ਪੜ੍ਹਦੇ ਕਰਦੇ ਹਾਂ ਅਸੀਂ। ਤੇ ਸਾਹਿਬਾ ਕਹਿੰਦੇ ਅਸਲ ਵਿੱਚ ਕੀ ਹੈ, ਸੋਈ ਚੰਦ, ਚੰਦਰਮਾ ਵੀ ਉਹੀ ਹੈ, ਚੜੇ ਸੇ ਤਾਰੇ, ਜਿਹੜਾ ਚੜ੍ਹਦਾ ਚੰਦਰਮਾ ਉਹੀ ਹੈ ਤੇ ਤਾਰੇ ਵੀ ਉਹੀ ਨੇ। ਸਾਹਿਬ ਕਹਿੰਦੇ ਸੋਈ ਦਿਨਿਅਰ, ਦਿਨਿਅਰ ਕਹਿੰਦੇ ਆ ਸੂਰਜ ਨੂੰ ਜਿਹੜਾ ਦਿਨੇ ਆਉਂਦਾ, ਤਪਤ ਰਹੇ, ਉਹੀ ਤਪ ਦਾ ਭਾਵ ਉਹੀ ਸੂਰਜ ਹੈ ਜਿਹੜਾ ਧੁੱਪ ਦੇ ਰਿਹਾ ਹੈ। ਤੇ ਮਾਲਕ ਨੇ ਸਾ ਧਰਤੀ ਸੋ ਪਾਉਣ ਝੁਲਾ ਰਹੇ, ਕਹਿੰਦੇ ਉਹੀ ਧਰਤੀ ਹੈ ਭਾਈ, ਉਹੀ ਪਾਉਣ ਹਵਾ ਹੈ ਝੁੱਲ ਰਹੀ ਹੈ ਜਿਹੜੀ। ਤੇ ਸਾਹਿਬ ਕਹਿੰਦੇ ਜੁਗ ਜੀ ਖੇਲੇ ਥਾਬ ਕੈਸੇ, ਆ ਜੁਗ ਸਾਹਿਬ ਕਹਿੰਦੇ ਦੱਸੋ ਭਾਈ ਉਹ ਕਿਹੜਾ ਥਾਬ ਹੈ ਜਿੱਥੇ ਕਲਯੁਗ ਹੈ। ਸਾਹਿਬ ਕਹਿੰਦੇ ਉਹ ਕਿਹੜੀ ਥਾਂ ਹੈ, ਭਾਵ ਕਿ ਜਿਹੜੀ ਇਸ ਗੱਲ ਨੂੰ ਮੰਨਣ ਯੋਗ ਸਾਨੂੰ ਸੰਤੁਸ਼ਟੀ ਕਰਾ ਦੇਵੇ ਵੀ ਨਾ ਜੀ ਵੀ ਹੁਣ ਕਲਯੁਗ ਹੈ, ਪਹਿਲਾਂ ਸਤਯੁਗ ਸੀ। ਕਿਉਂਕਿ ਆਪਾਂ ਸਾਰੇ ਕਹਿੰਦੇ ਇਹੀ ਹੈ, ਪਰ ਮਾਲਿਕ ਨੇ ਇਹ ਗੱਲ ਸਮਝਾਤੀ। ਜੋ ਗੱਲਾਂ ਚੱਲਦੀਆਂ ਪ੍ਰਚਲਿਤ ਸਨ, ਸਾਹਿਬਾਂ ਨੇ ਇਹ ਸਾਨੂੰ ਕਹਿ ਵੀ ਦਿੱਤਾ ਵੀ ਠੀਕ ਹੈ ਭਾਈ, ਕੋਈ ਗੱਲ ਨਹੀਂ, ਭਾਵੇਂ ਸਤਯੁਗ ਮੰਨੀ ਜਾਓ, ਤ੍ਰੇਤਾ ਮੰਨੀ ਜਾਓ, ਦੁਆਪਰ ਮੰਨੀ ਜਾਓ, ਕਲਯੁਗ ਦੀ ਗੱਲ ਕਰ ਲਓ, ਪਰ ਖਹਿੜਾ ਇੱਕ ਗੱਲ ਤੇ ਸੁੱਟਣਾ, ਨਾਮ ਜਪਣਾ ਪਏਗਾ, ਨਾਮ ਨਾਲ ਜੁੜਨਾ ਪਏਗਾ, ਸੱਚ ਦੀ ਪਛਾਣ ਕਰਨੀ ਪਏਗੀ। ਕਿਉਂਕਿ ਸਾਹਿਬ ਨੇ ਕਹਿ ਦਿੱਤਾ ਬਈ ਗੱਲਾਂ ਕਰਨ ਨੂੰ ਕਿੰਨੀਆਂ ਮਰਜ਼ੀ ਕਰ ਲਿਓ, ਗੱਲਾਂ ਜਿੰਨੀਆਂ ਮਰਜ਼ੀ। ਆਪਾਂ ਕਹਿੰਦੇ ਵੀ ਸਤਯੁਗ ਵਿੱਚ ਆਏ ਹੁੰਦਾ ਸੀ ਜੀ, ਤ੍ਰੇਤੇ ਵਿੱਚ ਆ ਸੀ, ਦੁਆਪਰ ਵਿੱਚ ਇਹ ਸੀ। ਤੇ ਗੁਰੂ ਪਾਤਸ਼ਾਹ ਨੇ ਵੀ ਇਹੋ ਜਿਹੀਆਂ ਗੱਲਾਂ ਨੂੰ ਸੁਣ ਕੇ ਕਹਿਣ ਵਾਲਿਆਂ ਨੂੰ ਕਹਿ ਦਿੱਤਾ ਵੀ ਸਤਯੁਗ ਸਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ। ਕਹਿੰਦੇ ਜੇ ਤੁਸੀਂ ਕਹਿੰਦੇ ਹੋ ਸਤਯੁਗ ਵਿੱਚ ਭਾਈ ਸਤ ਵਰਤਦਾ ਸੀ, ਸੱਚ ਬੋਲਦੇ ਸੀ, ਤ੍ਰੇਤੇ ਦੇ ਵਿੱਚ ਤ੍ਰੇਤਾ ਜਗੀ ਜਗ ਕਰਦੇ ਸੀ, ਤੇ ਦੁਆਪਰ ਵਿੱਚ ਪੂਜਾਵਾਂ ਕਰਨ ਲੱਗੀ ਦੁਨੀਆ। ਕਹਿੰਦੇ ਕੋਈ ਗੱਲ ਨਹੀਂ, ਕਰਦੇ ਹੋਣਗੇ, ਆਪਾਂ ਕਿਹੜਾ ਵੇਖਿਆ। ਬਾਬਾ ਜੀ ਕਹਿੰਦੇ ਬਾਣੀ ਵਿੱਚ ਠੀਕ ਹੈ, ਕਹਿੰਦੇ ਇਹ ਗੱਲਾਂ ਹੁੰਦੀਆਂ ਹੋਣਗੀਆਂ ਵੀ ਆਪਾਂ ਵੇਖਿਆ ਥੋੜ੍ਹੀ ਹੈ। ਪਰ ਸਾਹਿਬਾ ਕਹਿੰਦੇ ਅੱਜ ਦੀ ਗੱਲ ਕਰੋ, ਅਸਲ ਸਿਆਣਾ ਉਹ ਹੁੰਦਾ ਜਿਹੜਾ ਸਮੇਂ ਦੀ ਗੱਲ ਕਰੇ, ਲੰਘੇ ਦੀ ਆਉਣ ਵਾਲੇ ਦੀ ਗੱਲ ਕਰੀ ਜਾਈਏ, ਐਵੇਂ ਕੀ ਹੈ। ਜਿਹੜਾ ਲੰਘ ਗਿਆ ਤਾਂ ਲੰਘ ਗਿਆ ਹੈ, ਤੇ ਜਿਹੜਾ ਆਉਣਾ ਉਹ ਹਜੇ ਆਉਣਾ ਹੈ। ਚੱਲਦੇ ਸਮੇਂ ਦੀ ਗੱਲ ਕਰੀਏ ਵੀ ਅੱਜ ਸਾਨੂੰ ਕਿਵੇਂ ਸੁੱਖ ਮਿਲ ਸਕਦਾ, ਵੀ ਅੱਜ ਵੇਖੋ ਗੱਲਾਂ ਪੁਰਾਣੀਆਂ ਕਰੀ ਜਾਈ ਆਪਾਂ, ਇੰਨੇ ਦੁਖੀ ਹੋਏ ਜੀ, ਆਹ ਕੀਤਾ ਜੇ ਉਹ ਕੀਤਾ। ਪੁਰਾਤਨ ਭਾਵ ਕੇ ਕਈ ਵਾਰ ਹੁੰਦਾ ਵੀ ਆਏ, ਬਹੁਤ ਆਤ ਗਿਣਤੀ ਤਾਂ ਇੱਥੋਂ ਹੀ ਹੁੰਦੀ ਹੈ ਗੁਰੂ ਪਿਆਰਿਓ, ਵੇਖਣ ਨੂੰ ਮਿਲ ਜਾਂਦਾ ਹੈ।
ਵੀ ਜਿਨ੍ਹਾਂ ਦਾ ਬਹੁਤਾ ਹੀ ਜ਼ਿਆਦਾ ਕੰਮ ਕਾਜ ਕੀਤਾ ਹੁੰਦਾ, ਵੀ ਸਮੇਂ ਨਾਲ ਕੰਮ ਘਟ ਗਿਆ, ਮਸ਼ੀਨਰੀ ਵੱਧ ਗਈ, ਸੌਖੀ ਹੋ ਗਈ ਹੈ ਦੁਨੀਆ। ਤੇ ਜਿਨ੍ਹਾਂ ਦਾ ਜ਼ਿਆਦਾ ਕੰਮ ਕੀਤਾ ਬਹੁਤ ਤਾਤ ਗਿਣਤੀ ਉਹ ਹੁੰਦੀ ਹੈ ਵੀ ਜਿਹੜੇ ਅੱਜ ਦੇ ਗੁਰੂ ਪਿਆਰੇ ਜਨਰੇਸ਼ਨ ਨੂੰ ਕਹਿ ਲਈਏ ਵੀ ਵੇਖ ਕੇ ਹੀ ਉੱਦਾਂ ਝੁਰੀ ਜਾਂਦੇ ਆ ਵੀ ਇਹ ਤਾਂ ਵਿਹਲਾ ਹੀ ਤੁਰੀ ਫਿਰਦੇ ਨੇ, ਅਸੀਂ ਇੰਨਾ ਕੰਮ ਕੀਤਾ, ਅਸੀਂ ਇੰਨੇ ਮਰਦੇ ਰਹੇ। ਆਹੀ ਭਾਵ ਕੇ ਕਾਲ ਕਲੇਸ਼ ਘਰਾਂ ਵਿੱਚ ਪਈ ਜਾਂਦੇ ਆ ਵੀ ਤੁਸੀਂ ਹੁਣ ਨਹੀਂ ਕਰਦੇ ਭਾਈ, ਕਹਿਣਗੇ ਅਸੀਂ ਗੁੱਡ ਦੇ ਰਹੇ, ਅਸੀਂ ਆਹ ਕਰਦੇ ਰਹੇ, ਜੋ ਭਾਵ ਕੇ ਭਾਈ ਉਹ ਸਮਾਂ ਸੀ, ਕਰਨਾ ਹੀ ਪੈਣਾ ਸੀ। ਅੱਜ ਮਸ਼ੀਨਰੀ ਦਾ ਯੁੱਗ ਹੋ ਗਿਆ ਭਲਿਆ, ਵੀ ਅੱਜ ਇਹ ਗੱਲਾਂ ਦਾ ਬਹੁਤਾ ਫਾਇਦਾ ਨਹੀਂ ਹੈ, ਇਹ ਝਗੜੇ ਵਧਾਉਣ ਦਾ। ਇਸੇ ਕਰਕੇ ਭਾਵ ਕਿ ਸਮਾਂ ਜੇ ਆਉਣ ਵਾਲਾ ਅੱਗੇ ਕਰੀਏ ਆਪਾਂ ਵੀ ਅੱਗੇ ਆਏ ਹੋਏਗਾ, ਜਿਉਂ ਹੋਏਗਾ, ਬੜੇ ਕਹਿ ਦਿੰਦੇ ਆ ਭੁੱਖੇ ਹੀ ਮਰੋਗੇ ਜੇ ਨਾ ਕੀਤਾ। ਸਾਡੇ ਸਿਰ ਤੇ ਆ ਕਰਦੇ ਹੋ, ਕੋਈ ਕਿਸੇ ਦੇ ਸਿਰ ਤੇ ਨਹੀਂ ਪਾਈ। ਇਹ ਰੱਬ ਵਾਹਿਗੁਰੂ ਪਰਮਾਤਮਾ ਨੇ, ਇਹ ਵੱਖਰੀ ਗੱਲ ਹੈ ਜਿਹੜਾ ਕੋਈ ਉੱਦਾਂ ਹੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਕਿਰਤ ਕਰਨੀ ਚਾਹੀਦੀ ਹੈ। ਮਾਲਕ ਨੇ ਇਹ ਕਿਰਪਾ ਕੀਤੀ ਹੈ, ਸਮੇਂ ਮੁਤਾਲਕ ਕਰਨੀ ਚਾਹੀਦੀ ਹੈ। ਇਸੇ ਕਰਕੇ ਸੋ ਸਾਹਿਬਾਂ ਨੇ ਕਿਰਪਾ ਕੀਤੀ ਹੈ, ਸਾਨੂੰ ਸਮਝਾਉਣਾ ਕੀਤਾ ਵੀ ਸਮਾਂ ਜਿਹੜਾ ਲੰਘ ਗਿਆ ਲੰਘ ਗਿਆ, ਆਉਣ ਵਾਲਾ ਕੋਈ ਨਹੀਂ। ਜਦੋਂ ਆਏਗਾ ਵੇਖੀ ਜਾ ਵੀ ਅੱਜ ਦੇ ਸਮੇਂ ਨੂੰ ਕਿਵੇਂ ਸਫਲ ਕੀਤਾ ਜਾਵੇ, ਗੱਲ ਇਹ ਸਮਝਣੀ ਹੈ। ਬੜੀ ਵਾਰ ਆਪਾਂ ਵਚਨ ਪੜ੍ਹੇ ਆ ਭਾਈ ਵੀਰ ਸਿੰਘ ਜੀਆਂ ਨੇ, ਉਹਨਾਂ ਆਖਣਾ ਕੀਤਾ ਵੀ ਬਹੁਤੇ ਤਾਂ ਲੰਘੇ ਹੋਏ ਨੂੰ ਯਾਦ ਕਰ ਕਰਕੇ ਝੁਰੀ ਜਾਂਦੇ ਆ, ਬਹੁਤੇ ਆਉਣ ਵਾਲੇ ਦੀਆਂ ਗੱਲਾਂ ਕਰ ਕਰਕੇ ਉਦਾਂ ਹੀ ਕਲ ਕਲੇਸ਼ ਪਾਈ ਜਾਂਦੇ ਆ, ਝੁਰੀ ਜਾਂਦੇ ਆ। ਕਹਿ ਰਹੇ ਨੇ ਭਾਈ ਵੀਰ ਸਿੰਘ ਜੀ, ਕਹਿੰਦੇ ਕੱਲ ਗਈ ਸੋ ਲੰਘ ਨਾ ਫਿਰ ਮੁੜ ਕੇ ਆਈ। ਉਹ ਕੱਲ ਤਾਂ ਭਾਈ ਲੰਘ ਗਿਆ, ਕੱਲ ਵਾਲਾ ਦਿਨ ਤਾਂ ਹੁਣ ਮੁੜ ਕੇ ਥੋੜੀ ਆਉਣਾ, ਉਹ ਜਿਹੜਾ ਲੰਘ ਗਿਆ। ਭਲਕ ਅਜੇ ਦੂਰ ਨਾ ਵਿੱਚ ਹੱਥਾਂ ਆਈ, ਭਲਕ ਆਉਣ ਵਾਲਾ ਸਮਾਂ ਤਾਂ ਅਜੇ ਦੂਰ ਪਿਆ, ਅਜੇ ਤਾਂ ਆਪਣੇ ਹੱਥਾਂ 'ਚ ਆਇਆ ਨਹੀਂ। ਜਿਹੜਾ ਕੱਲ ਨੂੰ ਆਉਣਾ, ਕੱਲ ਦਾ ਦਿਨ ਅੱਜ ਦਾ ਦਿਨ ਚੜ੍ਹਿਆ, ਵੀ ਅੱਜ ਵੇਖੀ ਆਪਾਂ ਕੀ ਕਰਨਾ, ਕਿਹੜੇ ਕੰਮ ਨਾਲ ਸਾਡਾ ਭਲਾ ਹੋਏਗਾ, ਕਿਹੜੇ ਕੰਮ ਨਾਲ ਸਾਡੀ ਤਰੱਕੀ ਹੋਵੇਗੀ, ਅੱਜ ਵੇਖਣਾ। ਕੱਲ ਲੰਘ ਗਈ ਹੈ ਤੇ ਆਉਣ ਵਾਲੀ ਕੱਲ ਹਲੇ ਆਉਣੀ ਹੈ। ਭਾਈ ਸਾਹਿਬ ਜੀ ਕਹਿ ਰਹੇ ਨੇ ਭਲਕ ਕੱਲ ਗਈ ਸੋ ਲੰਘ ਨਾ ਫਿਰ ਮੁੜ ਕੇ ਆਈ, ਭਲਕ ਅਜੇ ਹੈ ਦੂਰ ਨਾ ਵਿੱਚ ਹੱਥਾਂ ਆਈ। ਕਹਿੰਦੇ ਕੱਲ ਭਲਕ ਦੀ ਸੋਚ ਵਿੱਚ, ਆਹੀ ਸੋਚਾਂ ਵਿੱਚ ਲੰਘ ਗਏ ਸਮੇਂ ਦੀ ਸੋਚ ਵਿੱਚ ਜਾਂ ਆਉਣ ਵਾਲੇ ਦੀ ਸੋਚ ਵਿੱਚ। ਕਹਿੰਦੇ ਕੱਲ ਭਲਕ ਦੀ ਸੋਚ ਵਿੱਚ ਅੱਜ ਮੁਕਤ ਗਵਾਈ ਹੈ ਬੰਦਿਆ, ਅੱਜ ਦਾ ਸਮਾਂ ਤੂੰ ਐਵੇਂ ਗਵਾਈ ਜਾ ਰਿਹਾ, ਝੁਰਦਾ ਕਿਉਂ ਹੈ। ਕਹਿ ਰਹੇ ਨੇ ਭਾਈ ਸਾਹਿਬ ਬਈ ਭਾਈ ਜਿਹੜਾ ਲੰਘ ਗਿਆ ਉਹ ਲੰਘ ਗਿਆ, ਜਿਹੜਾ ਆਉਣਾ ਵੇਖੀ ਜਾਊ ਜਦੋਂ ਆਏਗਾ। ਜਿਹੜਾ ਅੱਜ ਤੇਰੇ ਕੋਲੇ ਸਮਾਂ ਇਹਨੂੰ ਸਫਲ ਕਰ ਲੈ। ਆ ਜਿਹੜਾ ਤੇਰੇ ਹੱਥਾਂ ਵਿੱਚ ਤੇਰੇ ਕੋਲੇ ਸਮਾਂ ਹੁਣ ਚੱਲ ਰਿਹਾ, ਇਹਨੂੰ ਸਫਲ ਬਣਾ ਲਾ, ਇਹਦੇ ਵਿੱਚ ਕੋਈ ਕਮਾਈ ਕਰ ਲੈ, ਚੱਜ ਦੀ ਚੰਗਾ ਢੰਗ ਤਰੀਕਾ ਆਚਰਣ ਬਣਾ ਲੈ ਆਪਣਾ ਅੱਜ, ਤੇ ਆਉਣ ਵਾਲਾ ਆਪ ਹੀ ਸਵਰ ਜਾਏਗਾ। ਇਹ ਕਹਿ ਰਹੇ ਨੇ। ਸੋ ਇਸੇ ਤਰੀਕੇ ਨਾਲ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਣਾ ਕੀਤਾ, ਜਿਹੜੇ ਬਹੁਤੀਆਂ ਗੱਲਾਂ ਪ੍ਰਾਤਨੀ ਕਰਦੇ ਫਿਰਦੇ, ਤੇ ਬਾਬਾ ਜੀ ਕਹਿੰਦੇ ਆ ਭਲਿਓ ਸਤਜੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ, ਚਾਰ ਲੰਘ ਗਏ ਨੇ ਉਹ ਤਾਂ ਤਿੰਨੇ ਯੁੱਗ। ਕਹਿੰਦੇ ਤਿੰਨੋਂ ਯੁੱਗ ਤਿੰਨੋਂ ਦਿੜੇ, ਦਿੜਨ ਦਾ ਭਾਵ ਹੁੰਦਾ ਲੰਘ ਗਏ। ਸਾਹਿਬ ਕਹਿੰਦੇ ਕਲ, ਕਲ ਦਾ ਭਾਵ ਕਲਯੁਗ, ਆ ਸਮਾਂ ਕੇਵਲ ਨਾਮ ਉਧਾਰ। ਕਹਿੰਦੇ ਕੇਵਲ ਇੱਕ ਨਾਮ ਦਾ ਆਸਰਾ ਆ ਸਮੇਂ ਵਿੱਚ। ਜੇ ਨਾਮ ਕੋਲੇ ਹੈ, ਸੱਚ ਨਾਲ ਸੱਚਾ ਨਾਮ ਹੈ, ਇਹ ਯਾਦ ਰੱਖਣਾ ਵੀ ਜਿੱਥੇ ਵੀ ਨਾਮ ਦੀ ਗੱਲ ਕਰਦੇ ਆ ਗੁਰੂ ਪਾਤਸ਼ਾਹ, ਉੱਥੇ ਸੱਚ ਦੀ ਗੱਲ ਕਰਦੇ ਆ, ਵੀ ਜਿਹਦੇ ਕੋਲੇ ਸੱਚ ਨਾਮ ਹੈ ਕਨਾ ਵੀ ਉਹਦਾ ਭਲਾ ਹੋਏਗਾ। ਭਾਈ ਐਵੇਂ ਨਾ ਕਹੀਏ ਵੀ ਸਤਯੁਗ ਵਿੱਚ ਆਏ ਸੀ, ਤ੍ਰੇਤੇ 'ਚ ਆਏ ਸੀ, ਦੁਆਪਰ 'ਚ, ਵੀ ਅੱਜ ਤੂੰ ਕੀ ਕਰਦਾ, ਅੱਜ ਤਾਂ ਵੇਖ। ਇਹ ਉਹੀ ਲਾ ਲਾ ਭਾਈ ਕਹਿਣ ਵਾਲਿਆ, ਜੇ ਤੂੰ ਕਹਿੰਦਾ ਵੀ ਸਤਯੁਗ ਦੇ ਵਿੱਚ ਲੋਕ ਕਹਿੰਦੇ ਸੁਖੀ ਸੀ, ਪੁੱਛਿਆ ਕਿਉਂ ਸੁਖੀ ਸੀ, ਅਗਲਾ ਕਹਿੰਦਾ ਸੱਚ ਬੋਲਦੇ ਸੀ ਸਾਰੇ, ਵੀ ਅੱਜ ਤੂੰ ਕਿਉਂ ਝੂਠ ਬੋਲਦਾ। ਫਿਰ ਜੇ ਸਤਯੁਗ ਵਿੱਚ ਸੱਚ ਬੋਲ ਕੇ ਸੁੱਖ ਮਿਲਿਆ ਉਹਨਾਂ ਨੂੰ, ਤੇ ਅੱਜ ਜੇ ਤੂੰ ਬੋਲੇਂਗਾ ਸੱਚ, ਅੱਜ ਵੀ ਤੂੰ ਸੁਖੀ ਹੋ ਸਕਦਾ ਹੈ, ਅੱਜ ਵੀ ਤੇਰੇ ਪੱਲੇ ਸੁੱਖ ਪੈ ਸਕਦਾ, ਤੇਰੀ ਜ਼ਿੰਦਗੀ 'ਚ ਸੁੱਖ ਆ ਸਕਦਾ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਭਾਈ ਲੰਘੇ ਹੋਏ ਸਮੇਂ ਦਾ ਪਛਤਾਪ ਕਰਨ ਦੀ ਲੋੜ ਨਹੀਂ। ਅੱਜ ਜਿਹੜਾ ਸਮਾਂ ਤੁਹਾਡੇ ਕੋਲੇ ਹੈ ਇਹਨੂੰ ਸਵਾਰੋ। ਇਹ ਸਮੇਂ ਵਿੱਚ ਜੇ ਸਵਾਰਨਾ ਤਾਂ ਕੇਵਲ ਨਾਮ ਹੈ, ਕੇਵਲ ਨਾਮ ਦੇ ਨਾਲ ਅੱਜ ਸਵਾਰਿਆ ਜਾਏਗਾ। ਉਦਾਹਰਨ ਦਿਆ ਕਰਦੇ ਸਤਿਪੁਰਸ਼ ਕਿਆ ਕਰਦੇ ਭਾਈ, ਜੇ ਅੱਜ ਆਪਾਂ ਗੱਲ ਕਰੀਏ ਅੱਜ ਦੇ ਸਮੇਂ ਦੀ,
ਜੇ ਕੋਈ ਆਖੇ ਪੁਰਾਤਨ ਸਮੇਂ ਵਿੱਚ ਆਹ ਪੈਸਾ ਚੱਲਦਾ ਸੀ, ਆਪਾਂ ਸੁਣਦੇ ਹੀ ਹਾਂ, ਕੋਈ ਡਬਲੀ ਪੈਸੇ ਦੀ ਗੱਲ ਕਰਦਾ, ਕੋਈ ਕਹਿੰਦਾ ਜੀ ਉਹਦਾ ਗਲੀ ਵਾਲਾ ਪੈਸਾ ਹੁੰਦਾ ਸੀ, ਕੋਈ ਕਹਿੰਦਾ ਕੋਈ ਚਾਂਦੀ ਦੇ ਪੈਸੇ, ਕੋਈ ਕੁਛ ਕਹਿੰਦਾ ਹੈ ਵੀ ਇਦਾਂ ਦੇ ਰੁਪਈਏ ਕਰੰਸੀ ਚੱਲਦੀ ਹੁੰਦੀ ਸੀ। ਜੇ ਕੋਈ ਅੱਜ ਇਕੱਠੇ ਕਰੀ ਫਿਰੇ ਉਹੀ ਡਬਲੀ ਪੈਸੇ, ਅਗਲਾ ਕਹੇ ਮੇਰੇ ਕੋਲ ਇੰਨੇ ਲੱਖ ਹੈ, ਤੇ ਸਿਆਣਾ ਹੋਵੇਗਾ ਜਿਹੜਾ ਕੀ ਕਹੇਗਾ, ਭਾਈ ਇਹ ਲੱਖ ਤਾਂ ਅੱਜ ਕਾਗਜ਼ ਹੈ, ਅੱਜ ਠੀਕਰਾਂ ਨੇ, ਇਹਨਾਂ ਦਾ ਮੁੱਲ ਕੋਈ ਨਹੀਂ। ਅੱਜ ਮੁੱਲ ਕਿਹੜਾ ਪਵੇਗਾ? ਜਿਹੜੇ ਅੱਜ ਦੇ ਪੈਸੇ ਨੇ। ਜੇ ਅੱਜ ਦੇ 4 ਪੈਸੇ ਕੋਲੇ ਆ ਤਾਂ ਵਾਹਵਾ ਚੰਗਾ ਹੈ, ਭਲਾ ਹੈ, ਕੁਛ ਬਣ ਜਾਏਗਾ। ਜੇ ਪੁਰਾਤਨ ਪਿਛਲਿਆਂ ਨੂੰ ਚੱਕੀ ਫਿਰੀ ਜਾਈਏ ਉਹਦਾ ਕੋਈ ਮੁੱਲ ਨਹੀਂ ਪੈਣਾ। ਜਿਹੜੇ ਅੱਜ ਭਾਵ ਕੇ ਸਾਡੇ ਦਾ ਸਾਹਮਣੇ ਆ ਥੋੜੇ ਸਮੇਂ ਦੀ ਆਪਣੀ ਗੱਲ ਹੈ ਵੀ ਕਰੰਸੀ ਬਦਲੀ ਹੈ। ਜੇ ਹੁਣ ਉਹ ਜਿਹੜੇ ਬਦਲੇ ਹੋਏ ਪੈਸੇ ਨੇ 500 ਦੇ ਨੋਟ ਜਾਂ 1000 ਦੇ ਕੋਈ ਚੱਕੀ ਫਿਰੇ, ਉਹ ਜਿਹੜੇ ਪਹਿਲਾਂ ਚੱਲਦੇ ਸੀ ਆ 5-4 ਪਹਿਲਾਂ, ਜੇ ਅੱਜ ਉਹ ਚੱਕੀ ਫਿਰੇ ਭਾਵੇਂ ਲੱਖਾਂ ਚੱਕੀ ਫਿਰੇ, ਉਹਨਾਂ ਦਾ ਕੋਈ ਮੁੱਲ ਨਹੀਂ ਪੈਣਾ। ਮੁੱਲ ਉਹਨਾਂ ਦਾ ਪਵਾਂਗੇ ਜਿਹੜਾ ਅੱਜ ਦੇ ਚੱਲਦੇ ਨੇ, ਅੱਜ ਦੀ ਸਰਕਾਰ ਦੀ ਜਿਨ੍ਹਾਂ ਤੇ ਮੋਹਰ ਲੱਗੀ ਹੋਈ ਹੈ, ਅੱਜ ਵਾਲਿਆਂ ਦੀ, ਉਹ ਚੱਲੇਗਾ। ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ ਵੀ ਜਿਹੜੇ ਸਮੇਂ ਲੰਘ ਗਏ ਭਾਈ, ਉਸ ਸਮੇਂ ਕੁਛ ਵੀ ਹੁੰਦਾ ਸੀ ਉਹਦੀ ਵੈਲਿਊ ਇਹ ਸੀ, ਉਹਦਾ ਕੋਈ ਮੁੱਲ ਪੈਂਦਾ ਸੀ। ਪਰ ਜੋ ਕਿ ਅੱਜ ਉਹ ਗੱਲਾਂ ਕਰੇ ਨਹੀਂ ਚੱਲਣੀਆਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਮੇਂ ਨਾਲ ਚੱਲ। ਬੰਦਾ ਹੀ ਉਹ ਹੁੰਦਾ, ਗੁਰੂ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਬੰਦਾ ਸੋ ਜੋ ਵਕਤ ਵਿਚਾਰੇ। ਬੰਦਾ ਉਹ ਹੁੰਦਾ ਸਾਹਿਬ ਕਹਿੰਦੇ ਜਿਹੜਾ ਸਮੇਂ ਨਾਲ ਚੱਲੇ, ਵਕਤ ਦੀ ਵਿਚਾਰ ਕਰੇ ਵੀ ਇੱਥੇ ਹੁਣ ਕੀ ਕਰਨਾ ਚਾਹੀਦਾ ਹੈ। ਬੰਦਾ ਉਹ ਹੁੰਦਾ ਹੈ ਵੀ ਅੱਜ ਦੇਖੀਏ ਗੁਰੂ ਪਿਆਰੇ, ਜਦੋਂ ਆਪਾਂ ਉੱਠਦੇ ਹਾਂ, ਉੱਠਣ ਸਾਰ ਹੀ ਸਾਰੇ ਆਪਾਂ ਮਨ ਵਿੱਚ ਇਹ ਸੋਚਣ ਲੱਗਦਾ ਵੀ ਅੱਜ ਦੇ ਦਿਨ ਆਪਾਂ ਆਹ ਕਰਨਾ। ਭਾਵ ਕਿ ਉਹ ਭਲਾ ਹੁੰਦਾ ਜਿਹੜਾ ਸਮਝ ਲੈਂਦਾ ਵੀ ਆਹ ਕਰਨਾ, ਜਿਹੜਾ ਕਰਦਾ ਹੈ। ਜਿਹੜਾ ਆਖੇ ਗੁਰੂ ਪਿਆਰਿਓ ਵੀ ਅੱਜ ਵਾਲਾ ਕੱਲ ਨੂੰ ਕਰ ਲਵਾਂਗੇ, ਜਾਂ ਕੱਲ ਵਾਲੇ ਨੂੰ ਅੱਜ ਕਹੇ, ਫਿਰ ਭਾਵ ਅਗਲਾ ਕਹਿੰਦਾ ਇਹ ਮੂਰਖ ਹੈ, ਵੀ ਕਿੱਦਾਂ ਸਮਾਂ ਕਿੰਨਾ ਲੰਘ ਗਿਆ, ਲੈ ਆਹ ਕੰਮ ਲਈ ਬੈਠਾ ਏ। ਇਉਂ ਹੀ ਕਿਹਾ ਜਾਂਦਾ। ਬੰਦਾ ਅਸਲ ਉਹੀ ਹੈ ਵੀ ਜਿਹੜਾ ਸਮੇਂ ਤੇ ਕੰਮ ਕਰੇ, ਵੀ ਸਮਾਂ ਸਮਝ ਕੇ, ਵਕਤ ਸਮਝ ਕੇ, ਵਕਤ ਦੀ ਵਿਚਾਰ ਕਰੇ। ਸੋ ਇਸੇ ਕਰਕੇ ਸਾਹਿਬ ਨੇ ਸਮਝਾਉਣਾ ਕੀਤਾ ਹੈ, ਕਲਯੁਗ ਦੇ ਪ੍ਰਥਾਏ ਜੋ ਗੱਲਾਂ ਚੱਲਦੀਆਂ, ਸਾਹਿਬ ਕਹਿੰਦੇ ਭਲਿਓ ਕੁਛ ਨਹੀਂ ਬਦਲਿਆ। ਇਹ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹੇ, ਸਾ ਧਰਤੀ ਸੋ ਪੌਣ ਚਲਾਰੇ, ਜੁਗ ਜੀ ਖੇਲੇ ਥਾਬ ਕੈਸੇ। ਦੱਸੋ ਕਿਹੜੇ ਥਾਬ ਨੇ? ਸਾਹਿਬ ਕਹਿੰਦੇ ਜਿੱਥੇ ਆ ਕੁਝ ਹੋ ਰਿਹਾ, ਵੀ ਚੰਦਰਮਾ ਉਹੀ ਹੈ, ਸੂਰਜ ਉਹੀ ਹੈ, ਤਾਰੇ ਉਹੀ ਨੇ, ਧਰਤੀ ਵੀ ਉਹੀ ਹੈ, ਹਵਾ ਵੀ ਉਹੀ ਹੈ, ਸਭ ਕੁਝ ਉਹੀ ਹੈ, ਤੇ ਫਿਰ ਬਦਲਿਆ ਕੀ ਹੈ? ਸਤਿਗੁਰੂ ਜੀ ਕਹਿੰਦੇ ਜੀਵਨ ਤਲਬ ਨਿਵਾਰ, ਹੋਵੇ ਪਰਵਾਣਾ ਕਰੇ ਧਿਆਣਾ, ਕੱਲ ਲੱਖਣ ਵਿਚਾਰ। ਸਾਹਿਬ ਕਹਿੰਦੇ ਜੀਵਨ ਦੀ ਜਿਹੜਾ ਤਲਬ ਲਈ, ਆਪਣੇ ਸਵਾਰਥ ਦੇ ਲਈ ਧੱਕੇ ਸਾਹੀ ਕਰਦਾ ਕੋਈ ਗੁਰੂ ਪਿਆਰਿਓ, ਤੇ ਅੱਗੋਂ ਅਗਲਾ ਧੱਕਾ ਸਹਿੰਦਾ, ਸਮਝੋ ਕਿ ਉੱਥੇ ਕਲਯੁਗੀ ਵਰਤਦਾ। ਸਾਹਿਬ ਕਹਿੰਦੇ ਕੱਲ ਲੱਖਣ ਵਿਚਾਰ, ਆਹ ਭਾਈ ਕਲ ਦੇ ਲੱਖਣਾਂ ਦੀ ਵਿਚਾਰ ਕਰੋ। ਅੱਗੇ ਜਾ ਕੇ ਸਾਹਿਬਾ ਹੋਰ ਵਿਚਾਰਧਾਰਾ ਦਿੰਦੇ ਹੋਏ ਕਿਰਪਾ ਕਰਦੇ ਨੇ, ਕਿਤੇ ਦੇਸ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤੈ ਨਾਹੀ, ਮਹਿਲ ਉਸਾਰ ਨਾ ਬੈਠਾ। ਸਾਹਿਬ ਕਹਿੰਦੇ ਕਲਯੁਗ ਹੈ ਜਿਹੜਾ, ਜਿਹਦੀ ਅਸੀਂ ਗੱਲ ਕਰਦੇ ਹਾਂ, ਤੇ ਸਾਹਿਬ ਕਹਿੰਦੇ ਕਿਤੇ ਦੇਸ ਨਾ ਆਇਆ ਸੁਣੀਏ। ਕਿਤੇ ਦੇਸ ਦੇ ਵਿੱਚ ਅੱਜ ਤੱਕ ਨਹੀਂ ਸੁਣਿਆ। ਗੁਰੂ ਬਾਬਾ ਜੀ ਕਹਿੰਦੇ ਨੇ ਬਈ ਕਿਸੇ ਨੇ ਕਿਹਾ ਵੀ ਫਲਾਣੇ ਥਾਂ ਤੇ ਕਲਯੁਗ ਮਿਲਿਆ ਜੀ, ਖੜਿਆ, ਉਹਦਾ ਸਾਖੀਆਂ ਤਾਂ ਬਣਾਤੀਆਂ ਅਸੀਂ ਵੀ ਫਲਾਣੇ ਤੋਂ ਤੇ ਉਹਨੂੰ ਮਿਲਿਆ, ਇਹਨੂੰ ਮਿਲਿਆ। ਅਸੀਂ ਤਾਂ ਗੁਰੂ ਬਾਬਾ ਜੀ ਨੂੰ ਵੀ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਕਲਯੁਗ ਨੇ ਮਿਲਿਆ। ਪਰ ਇੱਥੇ ਗੁਰੂ ਨਾਨਕ ਪਾਤਸ਼ਾਹ ਹੀ ਕਹਿ ਰਹੇ ਨੇ ਬਾਣੀ ਵਿੱਚ, ਸਤਿਗੁਰੂ ਜੀ ਕਹਿੰਦੇ ਕਿਤੇ ਦੇਸ ਨਾ ਆਇਆ ਸੁਣੀਏ। ਕਹਿੰਦੇ ਕਿਤੇ ਨਹੀਂ ਅਸੀਂ ਤਾਂ ਸੁਣਿਆ ਭਾਈ ਵੀ ਕਿਤੇ ਕਲਯੁਗ ਆਇਆ, ਫਲਾਣੇ ਤੋਂ ਚੌਂਕੜਾ ਮਾਰੀ ਬੈਠਾ, ਜਾਂ ਫਲਾਣੇ ਦੇ ਘਰ ਵੜ ਗਿਆ, ਜਾਂ ਉੱਥੇ ਖੜਾ ਵੇਖਿਆ। ਸਭ ਕਹਿੰਦੇ ਅਸੀਂ ਨਹੀਂ ਸੁਣਿਆ। ਤੀਰਥ ਪਾਸ ਨਾ ਬੈਠਾ, ਕਹਿੰਦੇ ਨਾ ਤੀਰਥਾਂ ਦੇ ਕੋਲੇ ਬੈਠਾ ਵੇਖਿਆ। ਦਾਤਾ ਦਾਨ ਕਰੇ ਤੈ ਨਾਹੀ, ਜਿੱਥੇ ਦਾਤਾ ਭਾਵ ਕੇ ਦਾਤਾਂ ਦੇ ਰਿਹਾ, ਕੋਈ ਪੁੰਨ ਦਾਨ ਕਰਦਾ, ਤੇ ਉੱਥੇ ਵੀ ਕਹਿੰਦੇ ਨਹੀਂ ਸੁਣਿਆ। ਮਹਿਲ ਉਸਾਰ ਨਾ ਬੈਠਾ, ਕਿਤੇ ਮਹਿਲ ਉਸਾਰ ਕੇ ਬੈਠਾ ਵੀ ਕਲਯੁਗ ਨਹੀਂ ਵੇਖਿਆ। ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿਤੇ ਨਹੀਂ ਸੁਣਿਆ ਵੀ ਫਲਾਣੇ ਤੋਂ ਤੇ ਮਹਿਲ ਹੈ ਉਹਦਾ ਕਲਯੁਗ ਦਾ, ਜਾਂ ਕੋਠੀ ਪਾਈ ਹੋਈ ਹੈ,
ਉੱਥੇ ਬੈਠਾ, ਬਿਠਾਉਣ ਵਾਲਿਆਂ ਨੇ ਤਾਂ ਬਿਠਾੜ ਦਿੱਤੀਆਂ ਨੇ ਮੂਰਤਾਂ ਬਣਾ ਕੇ, ਕਹਿੰਦੇ ਆਹ ਕਲਯੁਗ ਬਿਠਾਇਆ ਪਿਆ, ਆਹ ਕਲਯੁਗ ਬੰਧਿਆ ਪਿਆ। ਭਾਵ ਕਿ ਇਹ ਗੱਲਾਂ ਪਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਇਹ ਕਿਤੇ ਨਹੀਂ ਵੇਖਿਆ। ਤੇ ਅੱਗੇ ਕੀ ਕਹਿੰਦੇ ਆ ਸਾਹਿਬ, ਕਹਿੰਦੇ ਆ ਆਓ ਤੁਹਾਨੂੰ ਦਿਖਾਉਂਦੇ ਆ ਕਲਯੁਗ ਕਿਵੇਂ ਵੇਖਿਆ ਜਾ ਸਕਦਾ। ਸਾਹਿਬ ਦੱਸਦੇ ਆ ਜੇ ਕੋ ਸਤ ਕਰੇ ਸੋ ਸੀਜੈ, ਤਪ ਘਰ ਤਪ ਨਾ ਹੋਈ, ਜੇ ਕੋ ਨਾਉ ਲਏ ਬਦਨਾਵੀ, ਕਲ ਕੇ ਲਖਣ ਇਹੀ। ਸਾਹਿਬ ਕਹਿੰਦੇ ਸੁਣੋ ਪਿਆਰਿਓ, ਜੇ ਕੋ ਸਤ ਕਰੇ ਸੋ ਸੀਜੈ, ਜੇ ਕੋਈ ਸਤ ਦੀਆਂ ਗੱਲਾਂ ਕਰਦਾ ਹੈ। ਹੁਣ ਦੱਸ ਦਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਲਯੁਗ ਆਏ ਵੇਖਿਆ ਜਾ ਸਕਦਾ। ਕਿਵੇਂ? ਕਹਿੰਦੇ ਜੇ ਕੋਈ ਸੱਚ ਬੋਲਦਾ ਕਹਿੰਦਾ ਉਹਦੀ ਸਿੱਝ ਭਾਵ ਕੇ ਉਹਦਾ ਘਟਾ ਕਰਦੀ ਆ ਦੁਨੀਆ। ਘਟਾ ਸੱਚ ਬੋਲਣ ਵਾਲਿਆਂ ਨੂੰ ਛੇਤੀ ਕੋਈ ਪ੍ਰਵਾਨ ਨਹੀਂ ਕਰਦਾ। ਆਲਾ ਕਹਿੰਦਾ ਲੈ ਇਹ ਵੱਡਾ ਸੱਚਾ ਬਣਿਆ। ਭਾਵ ਕੇ ਸੱਚ ਵਾਲਿਆਂ ਨੂੰ ਸਤਿਗੁਰੂ ਜੀ ਕਹਿੰਦੇ ਜੇ ਕੋ ਸਤ ਕਰੇ ਸੋ ਸੀਜੈ, ਤਪ ਘਰ ਤਪ ਨਾ ਹੋਈ। ਜਿੱਥੇ ਕੋਈ ਤਪ ਕਰਦਾ ਭਾਵ ਕੇ ਕੋਈ ਰੱਬ ਨਾਲ ਜੁੜਨ ਦੀਆਂ ਗੱਲਾਂ ਕਰਦਾ ਹੈ, ਸਭ ਕਹਿੰਦੇ ਉੱਥੇ ਵੀ ਭਾਈ ਪ੍ਰਵਾਨਿਤ ਨਹੀਂ ਹੁੰਦਾ। ਕਲਯੁਗ ਉੱਥੇ ਵੀ ਆ ਕੇ ਭੰਗੜਾ ਹੀ ਪਾਉਂਦਾ ਹੈ ਵੀ ਲੈ ਕਿੱਧਰ ਇਹ ਲੱਗਿਆ ਨਾਮ ਜਪਣ ਲਈ। ਤੇ ਸਾਹਿਬ ਕਹਿੰਦੇ ਜੇ ਕੋ ਨਾਉ ਲਏ ਬਦਲਾਵੀ, ਜੋ ਕਿ ਨਾਮ ਲੈਂਦਾ ਵੀ ਹੈ ਕਹਿੰਦਾ ਸੱਚ ਨਾਲ ਜੁੜਦਾ ਵੀ ਹੈ ਤੇ ਉਹਦੀ ਬਦਨਾਮੀ ਹੋਈ ਕੀਤੀ ਜਾਂਦੀ ਹੈ। ਬਿਰਲੇ ਆ ਰੱਬ ਦੇ ਪਿਆਰੇ ਜਿਹੜੇ ਕਹਿੰਦੇ ਵਾਹ ਵਾਹ ਭਾਈ ਤੂੰ ਰੱਬ ਬੰਨੀ ਲੱਗਿਆ ਚੰਗਾ, ਬਿਰਲੇ ਨੇ। ਨਹੀਂ ਤਾਂ ਅਗਲਾ ਕਹਿੰਦਾ ਕਿੱਧਰੋਂ ਇਹ ਰੱਬ ਦਾ ਭਗਤ ਬਣਿਆ, ਕਿੱਧਰੋਂ ਇਹ ਰੱਬ ਘਰ ਜਾਣ ਲੱਗਿਆ, ਕਿੱਧਰੋਂ ਇਹ ਬਾਣੀ ਪੜ੍ਹਨ ਲੱਗਿਆ। ਬਹੁਤਾਤ ਗਿਣਤੀ ਤਾਂ ਹਟਾਉਣ ਵਾਲਿਆਂ ਦੀ ਹੁੰਦੀ ਹੈ, ਲਾਉਣ ਵਾਲੇ ਥੋੜੇ ਆ, ਕੋਈ ਬਿਰਲੇ ਹੀ ਹੈ। ਐਵੇਂ ਤਾਂ ਨਹੀਂ ਗੁਰੂ ਪਿਆਰਿਓ। ਬਾਬਾ ਅਤਰ ਸਿੰਘ ਮਹਾਰਾਜ ਦਾ ਇਤਿਹਾਸ ਵਿੱਚੋਂ ਆਪਾਂ ਕਈ ਗੱਲਾਂ ਐਸੀਆਂ ਪੜ੍ਹਦੇ ਹਾਂ ਵੀ ਰੱਬ ਦੇ ਕਿਆਰੇ ਕਹਿੰਦੇ ਸੀ ਧਾਰਨਿਕ ਪੜ੍ਹੀ ਜਾਂਦੀ ਹੁੰਦੀ ਹੈ ਵੀ ਆਖਣਾ ਕੀਤਾ ਕੋਈ ਆਵੇ ਰੱਬ ਦਾ ਪਿਆਰਾ ਜਿਹੜਾ ਮੋੜੇ ਮਨ ਦੀਆਂ ਬਾਗਾਂ ਨੂੰ। ਤੇ ਕਹਿੰਦੇ ਬਾਬਾ ਜੀ ਨੇ ਉੱਤਰ ਦਿੱਤਾ ਸੀ ਕੋਈ ਬਿਰਲਾ ਮੋੜਨ ਹਾਰਾ ਇਸ ਮਨ ਦੀਆਂ ਬਾਗਾਂ ਨੂੰ। ਕੋਈ ਬਿਰਲਾ ਹੀ ਹੈ ਜਿਹੜਾ ਇਧਰੋਂ ਭਾਵ ਕੇ ਦੁਨੀਆਦਾਰੀ ਵਿੱਚੋਂ ਕਹਿ ਲਈਏ ਜਾਂ ਕਲਯੁਗ ਵਿੱਚੋਂ ਕਹਿ ਲਈਏ ਵੀ ਮੋੜ ਲਵੇ ਮਨ ਨੂੰ ਜਾਂ ਮੋੜ ਦਵੇ। ਨਹੀਂ ਤਾਂ ਗੁਰੂ ਪਿਆਰਿਓ ਅਸੀਂ ਇਧਰ ਨੂੰ ਹੀ ਜ਼ਿਆਦਾ ਬਹਾਰ ਹੋਇਆ ਸਾਡਾ। ਤੇ ਜੋ ਕਿ ਇਧਰ ਨੂੰ ਆਉਂਦਾ ਵੀ ਹੈ ਰੱਬ ਘਰ ਨੂੰ ਤੇ ਅਗਲਾ ਬੜੀਆਂ ਗੱਲਾਂ ਕਰਦਾ, ਬਹੁਤ ਕੁਛ ਕਿਹਾ ਜਾਂਦਾ ਹੈ। ਸੁਰਹੁ ਵਿਚਾਰ ਆਓ। ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਆਖੀ ਹੈ ਵੀ ਅਸਲ ਵਿੱਚ ਤਾਂ ਕਲਯੁਗ ਦੇ ਲੱਸਣੀਆਂ ਨਹੀਂ। ਜਿੱਥੇ ਆਹ ਗੱਲਾਂ ਦੀਆਂ ਸਮਝ ਲਓ ਕਿ ਉੱਥੇ ਕਲਯੁਗ ਵਰਤ ਰਿਹਾ ਵੀ ਜਿਹੜਾ ਸੱਚ ਨਾਲੋਂ ਤੋੜਨ ਦੀਆਂ ਗੱਲਾਂ ਕਰ ਰਿਹਾ, ਰੱਬ ਦੇ ਪਿਆਰਿਆਂ ਦੀ ਬਦਨਾਮੀ ਕਰਦਾ, ਨਿੰਦਿਆ ਚੁਗਲੀ ਕਰਦਾ, ਬੈਰਤਾ ਕਰਦਾ, ਸਮਝੋ ਕਿ ਉੱਥੇ ਕਲਯੁਗ ਖੜਾ ਹੈ। ਉਹ ਕਲਯੁਗ ਵਾਪਰ ਰਿਹਾ। ਤੇ ਸਾਹਿਬ ਕਹਿੰਦੇ ਨੇ ਜੇ ਕੋ ਸਤ ਕਰੇ ਸੋ ਸੀਜੈ, ਤਪ ਘਰ ਤਪ ਨਾ ਹੋਈ, ਜੇ ਕੋ ਨਾਉ ਲਏ ਬਦਨਾਵੀ, ਕਲ ਕੇ ਲੱਖਣ ਇਹੀ। ਕਲ ਕੇ ਲੱਖਣ ਦਾ ਭਾਵ ਕੀ ਹੈ ਵੀ ਕਲਯੁਗ ਦੇ ਆ ਲੱਸਣ ਨੇ। ਲੱਸਣ ਕਲਯੁਗ ਦੇ ਭਾਵ ਕਿ ਇੱਥੋਂ ਪਤਾ ਲੱਗ ਜਾਂਦਾ ਹੈ ਬਈ ਆਹ ਕਲਯੁਗ ਵਾਪਰ ਰਿਹਾ, ਵੀ ਇੱਥੇ ਕਲਯੁਗ ਚੱਲ ਰਿਹਾ। ਇਉਂ ਨਹੀਂ ਗੁਰੂ ਪਿਆਰਿਓ ਵੀ ਕਲਯੁਗ ਸਪੈਸ਼ਲ ਕਿਤੇ ਦਰਸ਼ਨ ਦਿੰਦਾ ਆ ਕੇ ਖੜਾ ਮੂਹਰੇ ਦਿਸਦਾ, ਪਰ ਇਹ ਲੱਸਣੀ ਨੇ। ਤੇ ਸਤਿਗੁਰੂ ਜੀ ਅੱਗੇ ਕਹਿ ਰਹੇ ਨੇ ਚੌਥੀ ਪੌੜੀ ਵਿੱਚ ਜੈਸ ਸਕਦਾਰੀ ਤਿਸੈ ਖੁਆਰੀ, ਚਾਕਰ ਕੇ ਡਰਨਾ ਜਾ ਸਿਕਦਾਰ ਪਵੈ ਜੰਜੀਰੀ, ਤਾ ਚਾਕਰ ਹੱਥੋਂ ਮਰਨਾ। ਸਭ ਕਹਿੰਦੇ ਜਿਸ ਸਿਕਦਾਰੀ ਤਿਸੈ ਖੁਆਰੀ, ਜਿਹਦਾ ਸਿੱਕਾ ਚੱਲਦਾ। ਸਿਕਦਾਰੀ ਸਰਦਾਰ ਨੂੰ ਵੀ ਕਿਹਾ ਜਾਂਦਾ, ਚੌਧਰੀ ਨੂੰ ਕਿਹਾ ਜਾਂਦਾ, ਜਿਹੜਾ ਗੁਰੂ ਪਿਆਰਿਓ ਮੁਖੀਆ ਉਹਨੂੰ ਕਿਹਾ ਜਾਂਦਾ। ਤੇ ਸਾਹਿਬ ਕਹਿੰਦੇ ਜਿਹਦੇ ਹੱਥ ਸਰਦਾਰੀ ਆਈ ਤਿਸੈ ਖੁਆਰੀ, ਉਹੀ ਖੁਆਰ ਹੋ ਗਿਆ। ਖੁਆਰ ਹੋ ਗਿਆ ਭਾਵ ਕਿ ਕਿਸੇ ਕੋਲ ਕੀ ਅਹੁਦਾ ਆਇਆ ਤੇ ਅਹੁਦੇ ਦੇ ਬਸ ਵਿੱਚ ਹੀ ਪੈ ਗਿਆ, ਰੱਬ ਨੂੰ ਭੁੱਲ ਗਿਆ, ਸੱਚ ਨੂੰ ਭੁੱਲ ਗਿਆ, ਆਪਣਾ ਸਿੱਕਾ ਚਲਾ ਲਿਆ। ਕਿਉਂਕਿ ਸਾਹਿਬ ਕਹਿੰਦੇ ਉਹਨੇ ਹੀ ਸਮਝਣਾ ਕੀਤਾ ਵੀ ਹੁਣ ਸਮਾਂ ਆਇਆ ਵੀ ਮੈਂ ਸਾਰਾ ਕੁਛ ਇਕੱਤਰ ਕਰ ਲਾਂ, ਬਣਾ ਲਈਏ ਫਿਰ ਬੈਠਾਂਗੇ ਆਰਾਮ ਨਾਲ। ਕਿਉਂਕਿ ਰਾਹੋਂ ਵਾਲੇ ਬੰਦੇ ਸਾਹਿਬ ਕਹਿੰਦੇ ਜੀਵਨ ਤਲਬ ਨਿਵਾਰ, ਵਾਹ ਜੀਵਨ ਦੀ ਤਲਬ ਹੀ ਐਸੀ ਲੱਗੀ। ਤਲਬ ਕਹਿ ਲਈ ਆਪਾਂ ਜਾਂ ਇਉਂ ਕਹਿ ਲਈ ਆਪਾਂ ਜਿਵੇਂ ਅਗਲਾ ਕਹਿ ਦਿੰਦਾ ਸਿੱਧੇ ਲਫ਼ਜ਼ਾਂ ਵਿੱਚ ਵੀ ਚਸਕਾ ਪੈ ਗਿਆ, ਮਨ ਉਧਰ ਨੂੰ ਲੱਗ ਗਿਆ ਬਈ ਆਹ ਕੁਛ ਕਰ ਲਈਏ, ਵੀ ਬਸ ਉਹੀ ਸਵਾਦਾਂ ਸਾਦਾਂ ਵਿੱਚ ਬੰਦਾ ਪੈ ਗਿਆ। ਤੇ ਸਾਹਿਬ ਕਹਿੰਦੇ ਨੇ ਹੋਵੇ ਪ੍ਰਵਾਨਾ ਕਰੇ ਤਿਗਾਣਾ,
ਜਿਹਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ, ਕਹਿੰਦਾ ਮੰਨ ਲਿਆ ਵੀ ਇਹ ਸਾਡਾ ਮੁਖੀਆ, ਸਾਡਾ ਚੌਧਰੀ ਹੈ ਜਾਂ ਸਾਡਾ ਰਾਜਾ, ਤੇ ਸਾਹਿਬ ਕਹਿੰਦੇ ਉਹੀ ਧੱਕੇਸ਼ਾਹੀ ਕਰਨ ਲੱਗ ਗਿਆ ਪ੍ਰਜਾ ਦੇ ਉੱਪਰ ਹੀ। ਇਹ ਕਲਯੁਗ ਦੇ ਲੱਖਣ, ਕਲ ਲੱਖਣ ਵਿਚਾਰ, ਆ ਅਸਲ ਵਿਚਾਰ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਜਿੱਥੇ ਆ ਕੁਛ ਹੁੰਦਾ ਸਮਝੋ ਤੇ ਕਲਯੁਗ ਆ ਖੜਿਆ। ਜੈ ਸਰਦਾਰੀ ਤਿਸੈ ਖੁਆਰੀ, ਉਹ ਬਸ ਸਰਦਾਰੀ ਵਿੱਚ ਹੀ, ਚੌਧਰ ਵਿੱਚ ਹੀ ਖੁਆਰ ਹੋ ਗਿਆ, ਹੋ ਜਾਂਦੀ ਹੈ ਦੁਨੀਆ। ਅੱਜ ਵੀ ਬਹੁਤ ਆਤ ਗਿਣਤੀ ਹੈ ਵੀ ਕਿਸੇ ਕੋਲ ਕੋਈ ਅਹੁਦਾ ਆਇਆ ਤੇ ਉਹਦੇ ਵਿੱਚ ਹੀ ਅਗਲਾ ਖੁਆਰ ਹੋ ਜਾਂਦਾ, ਸੱਚਾ ਰਸਤਾ ਭੁੱਲ ਜਾਂਦਾ। ਭੁੱਲਦੇ ਆਪਾਂ ਵੇਖਦੇ ਆ ਰਹੇ ਹਾਂ ਵੀ ਪਹਿਲਾਂ ਅਗਲਾ ਕੀ ਕੁਛ ਕਰਦਾ, ਹੱਥ ਜੋੜ ਜੋੜ ਕੇ ਕਹਿੰਦੇ ਅਸੀਂ ਆਹ ਕੁਝ ਕਰਾਂਗੇ, ਆਹ ਕਰ ਦਿਆਂਗੇ, ਇੱਦਾਂ ਕਰ ਦਿਆਂਗੇ, ਤੇ ਬਾਅਦ ਵਿੱਚ ਕੀ ਕੁਛ ਹੁੰਦਾ ਸਾਰੇ ਸਮਝਦੇ ਹਾਂ ਆਪਾਂ। ਕੋਈ ਨਹੀਂ ਉਸ ਰਸਤੇ ਤੇ ਚੱਲਦਾ ਜਿਹੜੇ ਰਸਤੇ ਸਾਨੂੰ ਪਹਿਲਾਂ ਵਿਖਾਏ ਜਾਂਦੇ ਆ, ਫਿਰ ਆਪਣੇ ਰਸਤੇ ਬਣਾ ਲੈਂਦੇ ਆ। ਖੁਆਰ ਹੋਣ ਦਾ ਭਾਵ ਹੀ ਹੁੰਦਾ ਬਈ ਅਸਲ ਰਸਤਾ ਛੱਡ ਦਿੱਤਾ ਤੇ ਦੂਸਰੇ ਰਸਤੇ ਤੇ ਪੈ ਗਿਆ, ਖੁਆਰ ਹੋ ਗਿਆ। ਤੇ ਇਸੇ ਕਰਕੇ ਸਾਹਿਬਾ ਕਹਿੰਦੇ ਆ ਜਿਸ ਸਕਦਾਰੀ ਤਿਸੈ ਖੁਆਰੀ। ਫਿਰ ਅੱਗੇ ਕਹਿੰਦੇ ਚਾਕਰ ਕੇਹੇ ਡਰਨਾ। ਚਾਕਰ, ਚਾਕਰ ਕਿਹਨੂੰ ਕਹਿੰਦੇ ਆ? ਨੌਕਰਾਂ ਨੂੰ। ਤੇ ਪਰਜਾ ਨੂੰ ਤਾਂ ਅਗਲਾ ਚਾਕਰੀ ਸਮਝਦਾ। ਤੇ ਫਿਰ ਕਹਿੰਦੇ ਵੀ ਸਾਡੇ ਕੋਲ ਅਹੁਦਾ ਤੇ ਸਾਨੂੰ ਕਿਹਦਾ ਡਰ ਹੈ, ਕੌਣ ਡਰਦਾ ਹੈ? ਫਿਰ ਧੱਕੇ ਸਾਈਆਂ ਸ਼ੁਰੂ ਹੋ ਜਾਂਦੀਆਂ ਨੇ। ਫਿਰ ਮਾਲਕ ਕੀ ਕਹਿੰਦੇ ਆ? ਜਾ ਸਿਕਦਾਰ ਪਵੈ ਜੰਜੀਰੀ। ਜਦੋਂ ਉਹ ਸਿਕਦਾਰ ਦੇ, ਉਹ ਸਰਦਾਰ, ਉਹ ਚੌਧਰੀ ਤੇ ਜੰਜੀਰੀ ਪੈਂਦੀ ਹੈ, ਜੰਜੀਰੀ, ਤੇ ਫਿਰ ਪਤਾ ਲੱਗਦਾ ਕਹਿੰਦੇ ਤਾਂ ਚਾਕਰ ਹੱਥੋਂ ਮਰਨਾ। ਫਿਰ ਚਾਕਰਾਂ ਦੇ ਹੱਥੋਂ ਹੀ ਭਾਵ ਕੇ ਉਹੀ ਪਰਜਾ ਦੇ ਹੱਥੋਂ ਮਰਦੇ ਆ। ਮਰਨ ਦਾ ਭਾਵ ਕੀ ਹੈ? ਫਿਰ ਉਹਦੇ ਖੁੱਸ ਜਾਂਦੇ ਆ, ਫਿਰ ਕੁਰਸੀਆਂ ਤੋਂ ਲਹਿ ਜਾਂਦੇ ਆ। ਫਿਰ ਗੁਰੂ ਪਿਆਰਿਓ, ਫਿਰ ਭਾਵ ਕਿ ਉਹ ਪਰਜਾ ਦੇ ਹੱਥ ਵਿੱਚ। ਇਹ ਮਾਲਕ ਨੇ ਸਮਝਾਇਆ ਵੀ ਭਾਈ ਇਹ ਚਾਕਰਾਂ ਦੇ, ਇਹ ਪਰਜਾ ਦੇ ਹੱਥ ਵਿੱਚ ਹੀ ਸਭ ਕੁਛ ਹੈ। ਇਹ ਭਾਵ ਕਿ ਦੁਨੀਆ ਵਿੱਚ ਹੀ ਸਭ ਕੁਛ ਹੈ, ਤੇ ਦੁਨੀਆ ਹੀ ਚੜਾ ਦਿੰਦੀ ਹੈ ਤੇ ਦੁਨੀਆ ਉਤਾਰ ਵੀ ਦਿੰਦੀ ਹੈ। ਕਿਉਂਕਿ ਮਾਲਕ ਨੇ ਇਹ ਸਾਨੂੰ ਆਖਣਾ ਕੀਤਾ ਵੀ ਪਰਮੇਸ਼ਰ ਪਿਆਰਾ ਵਾਹਿਗੁਰੂ ਹੈ ਜਿਹੜਾ, ਇਹ ਸਾਰਾ ਦੁਨੀਆ ਵਿੱਚ ਹੀ ਵਸਿਆ ਹੋਇਆ ਹੈ, ਸਾਰੀ ਦੁਨੀਆ ਵਿੱਚ ਹੀ, ਸਾਰੀ ਕਾਇਨਾਤ, ਸਾਰੀ ਖਾਲਕਤ ਦੇ ਵਿੱਚ ਵਸਿਆ ਹੋਇਆ। ਇਸੇ ਕਰਕੇ ਸਾਹਿਬ ਨੇ ਆਖਣਾ ਕੀਤਾ ਹੈ ਵੀ ਜਾਤ ਸੁਭਾਵੈ, ਜਦੋਂ ਮਾਲਕ ਨੂੰ ਭਾਵੈ ਭਿਖਾਰੀ ਤੇ ਰਾਜ ਕਰਾਵੇ। ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ, ਭਾਵ ਕਿ ਗਰੀਬਾਂ ਨੂੰ ਉੱਤੇ ਚਾੜ ਦਿੰਦਾ ਹੈ। ਪਰ ਜੇ ਕਿਤੇ ਉਹ ਖੁਆਰ ਹੋ ਜਾਣ ਤੇ ਸਾਹਿਬ ਕਹਿੰਦੇ ਰਾਜਾ ਤੇ ਭਿਖਾਰੀ, ਫਿਰ ਰਾਜੇ ਤੋਂ ਫੇਰ ਭਿਖਾਰੀ ਬਣਾ ਦਿੰਦਾ, ਫੇਰ ਉੱਥੇ ਪਹੁੰਚਾ ਦਿੰਦਾ। ਭਾਵ ਕਿ ਡਰੀਏ ਕਰਤਾਰ ਤੋਂ, ਉਸ ਮਾਲਕ ਤੋਂ। ਆਓ ਹੁਣ ਵਿਸਤਾਰ ਵਿੱਚ ਨਾ ਜਾਈਏ। ਤੇ ਮਾਲਕ ਜੀ ਇੱਥੇ ਕਹਿੰਦੇ ਜਾ ਸਿਕਦਾਰ ਪਵੈ ਜੰਜੀਰੀ, ਤਾਂ ਚਾਕਰ ਹੱਥੋਂ ਮਰਨਾ। ਫਿਰ ਚਾਕਰ ਹੱਥੋਂ ਹੀ ਸਾਹਿਬ ਕਹਿੰਦੇ ਮੌਤ ਹੁੰਦੀ ਹੈ। ਫਿਰ ਚਾਕਰ ਦੇ ਹੱਥੋਂ ਹੀ ਭਾਵ ਕਿ ਥੱਲੇ ਆ ਜਾਂਦਾ ਬੰਦਾ, ਉੱਤਾਂ ਚੜ੍ਹਿਆ ਹੋਇਆ, ਅਸਮਾਨਾਂ ਵਿੱਚ ਚੜ੍ਹਿਆ ਹੋਇਆ। ਇਸੇ ਕਰਕੇ ਆਓ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਭਾਈ ਕਲਯੁਗ ਦੇ ਲੱਛਣਾਂ ਦੀ ਵਿਚਾਰ ਕਰੀਏ। ਤੇ ਉਹੀ ਨਾ ਕਹਿੰਦੇ ਫਿਰੀਏ ਵੀ ਕਲਯੁਗ ਆ ਗਿਆ ਜੀ, ਆਹ ਵਾਪਰ ਗਿਆ, ਕਲਯੁਗ ਆ ਗਿਆ, ਆਹ ਹੋ ਗਿਆ। ਠੀਕ ਹੈ ਵੀ ਆ ਜਾਂਦਾ ਹੈ, ਸਾਡੇ ਵਿੱਚ ਹੀ ਆ ਜਾਂਦਾ ਹੈ, ਬਾਹਰੋਂ ਨਹੀਂ ਤੁਰ ਕੇ ਆਉਂਦਾ। ਇਸ ਕਰਕੇ ਸਾਹਿਬ ਨੇ ਸਾਨੂੰ ਬਚਣ ਦਾ ਵੀ ਢੰਗ ਤਰੀਕਾ ਦੱਸਿਆ, ਸਾਨੂੰ ਸਤਿਯੁਗ ਵਰਤਾਉਣ ਦਾ ਵੀ ਢੰਗ ਤਰੀਕਾ ਦੱਸਿਆ। ਸ਼ਬਦ ਦੀਆਂ 4 ਪੌੜੀਆਂ ਸੰਪੂਰਨ ਹੋ ਗਈਆਂ ਹਨ, 4 ਬਾਕੀ ਨੇ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸਾਹਿਬ ਜੀ ਰਹਿਮਤ ਕਰਨ। ਇਸ ਤੋਂ ਅੱਗੇ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਇੰਨੇ ਵਿਚਾਰ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਗੁਰੂ ਪਿਆਰਿਓ ਕੁਝ ਕੁ ਸਮਾਂ ਗੁਰ ਮੰਤਰ ਦੁਆਰਾ ਸਾਂਝ ਪਾਈਏ। ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ ਵਾਹਿਗੁਰੂ 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 ਵਾਹਿਗੁਰੂ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ
ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਗਲ ਚੰਗਿਆਈਆਂ ਬਰਿਆਈਆਂ ਬਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮਤ ਆਇਆ ਗਏ ਮਸਕਤ ਨਾਨਕ ਤੇ ਮੁਖ ਓਜਲ ਕੇਤੀ ਸੁਟੀ ਨਾ ਜਿਨੀ ਨਾਮਤ ਆਇਆ ਗਏ ਮਸਕਤ ਨਾਨਕ ਤੇ ਮੁਖ ਓਜਲ ਕੇਤੀ ਸੁਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।